ਮੁੱਦੇ ਦੀ ਗੱਲ ਦੇਖ ਰਹੇ ਹੋ ਤੁਸੀਂ। ਮੈਂ ਹਾਂ ਸੁਰਿੰਦਰ ਢੱਲਾ। ਪੰਜਾਬ ਦੀ ਸਿਆਸਤ ਵਿੱਚ ਫੇਰ ਭੁਚਾਲ ਆ ਗਿਆ। ਬੀਬੀ ਨਵਜੋਤ ਕੌਰ ਸਿੱਧੂ ਦੇ ਬਿਆਨ ਤੋਂ ਬਾਅਦ ਕਾਂਗਰਸ 'ਚ ਤੂਫਾਨ ਖੜਾ ਹੋ ਗਿਆ। ਨਵਜੋਤ ਕੌਰ ਸਿੱਧੂ ਨੇ ਕਿਹਾ ਹੈ ਕਿ ਕੈਪਟਨ ਅਮਰਿੰਦਰ ਔਰ ਆਸ਼ਾ ਕੁਮਾਰੀ ਕਰਕੇ ਅੰਮ੍ਰਿਤਸਰ ਤੋਂ ਮੇਰੀ ਟਿਕਟ ਨਕਾਰੀ ਗਈ। ਹਾਲਾਂਕਿ ਉਹਨਾਂ ਨੇ ਕਿਹਾ ਕਿ ਉਹਨਾਂ ਨੂੰ ਗਿਲਾ ਨਹੀਂ ਹੈ, ਉਹ ਪਾਰਟੀ ਦੇ ਨਾਲ ਖੜੇ ਨੇ ਤੇ ਪਾਰਟੀ ਦੇ ਹੱਕ ਲਈ ਕੰਮ ਕਰਨਗੇ। ਪਰ ਨਵਜੋਤ ਸਿੰਘ ਸਿੱਧੂ ਨੇ ਇਹ ਕਹਿ ਦਿੱਤਾ ਕਿ ਉਹਨਾਂ ਦੀ ਪਤਨੀ ਜੋ ਕਹਿ ਰਹੀ ਹੈ ਉਹ ਸੱਚ ਕਹਿੰਦੇ ਨੇ। ਸੋ ਦੂਜੇ ਪਾਸੇ ਬੀਬੀ ਪ੍ਰਨੀਤ ਕੌਰ ਦਾ ਵੀ ਰਿਐਕਸ਼ਨ ਆਇਆ। ਪਰ ਕਾਂਗਰਸ 'ਚ ਕਿਤੇ ਨਾ ਕਿਤੇ ਸਭ ਕੁਝ ਚੰਗਾ ਨਹੀਂ ਹੈ, ਕਿਉਂਕਿ ਪੰਜਾਬ ਤੋਂ ਨਵਜੋਤ ਸਿੰਘ ਸਿੱਧੂ ਨੂੰ ਦੂਰ ਰੱਖਿਆ ਗਿਆ ਹੈ ਜਾਂ ਨਵਜੋਤ ਸਿੰਘ ਸਿੱਧੂ ਨੂੰ ਪੰਜਾਬ ਦੇ ਕਾਂਗਰਸ ਦੇ ਲੀਡਰਾਂ ਨੇ ਪੰਜਾਬ ਦੇ ਵਿੱਚ ਨਹੀਂ ਸੱਦਿਆ ਜਾਂ ਰਾਹੁਲ ਗਾਂਧੀ ਦੀ ਟੀਮ ਨੇ ਉਹਨਾਂ ਦੀਆਂ ਦੇਸ਼ ਭਰ 'ਚ ਡਿਊਟੀਆਂ ਲਾਈਆਂ। ਪਰ ਪ੍ਰਿੰਕਾ ਗਾਂਧੀ ਦੇ ਕਹਿਣ 'ਤੇ ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਉਹਨਾਂ ਨੇ ਬਠਿੰਡੇ 'ਚ ਰੈਲੀਆਂ ਕੀਤੀਆਂ ਨੇ। ਸੁਨੀਲ ਜਾਖੜ ਲਈ ਵੀ ਉਹਨਾਂ ਨੇ ਇੱਕ ਰੈਲੀ ਕੀਤੀ ਹੈ ਔਰ ਆਖਰੀ ਦਿਨ ਗੁਰਜੀਤ ਔਜਲਾ ਦੇ ਹੱਕ 'ਚ ਰੋਡ ਸ਼ੋਅ ਦੇ ਦੌਰਾਨ ਪਤਾ ਲੱਗਿਆ ਕਿ ਬੀਬੀ ਨਵਜੋਤ ਕੌਰ ਸਰਗਰਮ ਨਹੀਂ ਰਹੇ। ਸੋ ਕਾਂਗਰਸ 'ਚ ਕੀ ਹੋ ਰਿਹਾ ਹੈ ਇਹ ਆਪਣੇ ਆਪ 'ਚ ਵੱਡਾ ਸਵਾਲ ਹੈ। ਪਰ ਦੂਸਰਾ, ਚੋਣ ਪ੍ਰਚਾਰ ਬੰਦ ਹੋਣ ਤੋਂ ਪਹਿਲਾਂ ਸਾਰੀਆਂ ਪੋਲੀਟੀਕਲ ਪਾਰਟੀਆਂ ਨੇ ਰੋਡ ਸ਼ੋਅ ਕੱਢੇ। ਕੇਜਰੀਵਾਲ ਨੇ, ਕੈਪਟਨ ਅਮਰਿੰਦਰ ਨੇ, ਸੁਖਬੀਰ ਬਾਦਲ ਨੇ ਰੋਡ ਸ਼ੋਅ ਕੱਢੇ, ਕਿਤੇ ਰੈਲੀਆਂ ਕੀਤੀਆਂ ਤੇ ਸਾਰਿਆਂ ਨੇ ਆਪਣੀ ਆਪਣੀ ਜਿੱਤ ਦਾ ਦਾਅਵਾ ਕੀਤਾ ਹੈ। ਪਰ ਚੋਣ ਪ੍ਰਚਾਰ ਖਤਮ ਹੋਣ ਤੋਂ ਪਹਿਲਾਂ ਵੀ ਇੱਕ ਦੂਜੇ ਤੇ ਇਲਜ਼ਾਮਬਾਜ਼ੀਆਂ ਦਾ ਦੌਰ ਜਾਰੀ ਰਿਹਾ। ਇਹ ਇਲਜ਼ਾਮਬਾਜ਼ੀਆਂ ਦਾ ਦੌਰ ਸੁਣਦੇ ਹਾਂ ਤੇ ਫਿਰ ਖਾਸ ਚਰਚਾ ਕਰਾਂਗੇ। ਬਹੁਤ ਖਾਸ ਮਹਿਮਾਨ ਅੱਜ ਸਟੂਡੀਓ 'ਚ ਮੌਜੂਦ ਨੇ। ਚਰਚਾ ਕਰਾਂਗੇ ਕਿ ਕੀ ਪੰਜਾਬ ਦੇ ਲੋਕ ਮੁੱਦਿਆਂ ਤੇ ਵੋਟ ਪਾਉਣਗੇ। ਸਟੂਡੀਓ ਦੇ ਵਿੱਚ ਮੇਰੇ ਨਾਲ ਵੱਖ-ਵੱਖ ਮਾਹਰ ਮਹਿਮਾਨ ਅੱਜ ਮੌਜੂਦ ਨੇ। ਆਮ ਆਦਮੀ ਪਾਰਟੀ ਦੇ ਨੁਮਾਇੰਦੇ ਗੈਰ ਹਾਜ਼ਰ ਨੇ, ਮੇਰੇ ਖਿਆਲ ਉਹ ਥੱਕ ਗਏ, ਚੋਣ ਪ੍ਰਚਾਰ ਤੋਂ ਬਾਅਦ ਨਹੀਂ ਪਹੁੰਚ ਸਕੇ। ਮੇਰੇ ਨਾਲ ਮੌਜੂਦ ਨੇ ਕਰਨਲ ਦਰਸ਼ਨ ਸਿੰਘ ਢਿੱਲੋਂ, ਜਿਹੜੇ ਕਿ ਪੰਜਾਬ ਏਕਤਾ ਪਾਰਟੀ ਦੇ ਅਫਸਰ ਨੇ, ਆਗੂ ਨੇ। ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ। ਔਰ ਭਾਰਤ ਭੂਸ਼ਣ ਕੌਸ਼ਿਕ ਸਾਹਿਬ ਭਾਰਤੀ ਜਨਤਾ ਪਾਰਟੀ ਦੇ ਨੁਮਾਇੰਦੇ ਨੇ, ਅਕਾਲੀ ਭਾਜਪਾ ਦੋਨਾਂ ਨੂੰ ਰਿਪਰੈਜ਼ੈਂਟ ਕਰਦੇ ਨੇ। ਔਰ ਅਜਮੇਰ ਸਿੰਘ ਭਾਗਪੁਰ ਸਾਹਿਬ, ਜਿਹੜੇ ਕਿ ਕਾਂਗਰਸ ਦੇ ਲੀਡਰ ਨੇ, ਹਲਕਾ ਸਾਹਨੇਵਾਲ ਨੂੰ ਰਿਪਰੈਜ਼ੈਂਟ ਕਰਦੇ ਨੇ, ਅਕਾਲੀ ਦਲ ਦੇ ਸਾਬਕਾ ਆਗੂ ਨੇ। ਸਾਰਿਆਂ ਦਾ ਤੁਹਾਡਾ ਸਵਾਗਤ ਹੈ। ਅੱਜ ਜਿਹੜਾ ਵਿਸ਼ਾ ਮੈਂ ਗੱਲ ਕਰਨਾ ਹੈ, ਕਾਂਗਰਸੀ ਫੁੱਟ ਦੀ ਮੈਂ ਗੱਲ ਕਰਨਾ ਜ਼ਰੂਰ ਚਾਹੂੰਗਾ। ਕਾਂਗਰਸ 'ਚ ਨਵੀਂ ਤਰ੍ਹਾਂ ਦਾ ਮਾਹੌਲ ਦੇਖਣ ਨੂੰ ਮਿਲਿਆ। ਨਵਜੋਤ ਕੌਰ ਸਿੱਧੂ ਦਾ ਬਿਆਨ ਆ ਗਿਆ ਵੀ ਮੈਨੂੰ ਇਸ ਕਰਕੇ ਅੰਮ੍ਰਿਤਸਰ ਤੋਂ ਟਿਕਟ ਨਕਾਰੀ ਗਈ ਵੀ ਉੱਥੇ ਰੇਲ ਹਾਦਸਾ ਹੋਇਆ ਸੀ, ਤੇ ਉਹ ਕਹਿੰਦੇ ਕੈਪਟਨ ਤੇ ਆਸ਼ਾ ਕੁਮਾਰੀ ਕਰਕੇ ਸਭ ਕੁਝ ਹੋਇਆ। ਚੋਣਾਂ ਤੋਂ ਪਹਿਲਾਂ ਕਾਂਗਰਸ ਦੀ ਫੁੱਟ ਜਿਹੜੀ ਕਿਤੇ ਉਜਾਗਰ ਹੋਈ ਹੈ, ਨਵਜੋਤ ਕੌਰ ਦੀ, ਨਵਜੋਤ ਸਿੱਧੂ ਦੀ, ਕੈਪਟਨ ਅਮਰਿੰਦਰ ਦੀ, ਇਹਨੂੰ ਕਿਵੇਂ ਦੇਖਦੇ ਆ? ਕੀ ਇਸੇ ਕਰਕੇ ਨਵਜੋਤ ਸਿੰਘ ਸਿੱਧੂ ਨੂੰ ਪੰਜਾਬ 'ਚ ਚੋਣ ਪ੍ਰਚਾਰ ਨਹੀਂ ਕਰਨ ਦਿੱਤਾ ਗਿਆ ਜਾਂ ਨਵਜੋਤ ਸਿੰਘ ਸਿੱਧੂ ਨੇ ਨਹੀਂ ਕੀਤਾ? ਪਰ ਪੰਜਾਬ 'ਚੋਂ ਨਵਜੋਤ ਸਿੰਘ ਸਿੱਧੂ ਦਾ ਗਾਇਬ ਰਹਿਣਾ ਆਖਰੀ ਦਿਨ 17 ਤਰੀਕ ਨੂੰ ਕੀਤਾ ਉਹਨਾਂ ਨੇ, ਗੁਰਦਾਸਪੁਰ ਕੀਤਾ, ਬਠਿੰਡੇ ਕੀਤਾ ਔਰ ਪ੍ਰਿੰਕਾ ਗਾਂਧੀ ਨਾਲ ਇੱਕ ਦਿਨ ਰਹੇ ਆ ਔਰ ਉਹ ਖੁੱਲ ਕੇ ਪੰਜਾਬ 'ਚ ਨਹੀਂ ਵਿਚਰੇ। ਕੋਈ ਐਸੀ ਗੱਲ ਨਹੀਂ, ਇਹ ਘਾਟਾ ਨਵਜੋਤ ਸਿੰਘ ਸਿੱਧੂ ਦਾ ਨਹੀਂ ਐਸੀ ਕੋਈ ਗੱਲ ਨਹੀਂ ਹੈਗੀ, ਕਿਉਂਕਿ ਨਵਜੋਤ ਸਿੰਘ ਸਿੱਧੂ ਸਟਾਰ ਚੋਣ ਪ੍ਰਚਾਰਕ ਜੀ, ਸੈਂਟਰ ਦੇ ਵਾਰਡ ਹਿੰਦੁਸਤਾਨ ਦੇ ਸਾਰੇ ਜੋ ਡਿਮਾਂਡ ਸੀ, ਪੰਜਾਬ ਦੀ ਇਲੈਕਸ਼ਨ ਲਾਸਟ ਹੋਣੀ ਸੀ ਜੀ, ਇਸ ਕਰਕੇ ਉਹਨਾਂ ਦਾ ਜਿਹੜਾ ਸਾਰਾ ਟਾਈਮ ਆ ਰਾਹੁਲ ਗਾਂਧੀ ਜੀ ਨੇ ਉਹ ਹਿੰਦੁਸਤਾਨ ਦੇ ਵੱਖ ਸੂਬਿਆਂ ਵਿੱਚ ਲਿਆ ਜੀ। ਇੱਕ ਮੇਨ ਕਿਉਂਕਿ ਪਿਛਲੇ ਜਿਹੜੇ ਰਿਜ਼ਲਟ ਹੋ ਰਹੇ ਨੇ ਇਲੈਕਸ਼ਨ ਸਟੇਟ ਦੀ ਇਲੈਕਸ਼ਨ ਹੋਈ ਸੀ, ਉਹਦੇ ਰਿਜ਼ਲਟ ਬਹੁਤ ਅੱਛੇ ਆਏ ਸੀ ਜੀ। ਇਸ ਕਰਕੇ ਉਹਨਾਂ ਨੂੰ ਉਹ ਸੈਂਟਰ ਦੇ ਵਿੱਚ ਰੱਖਿਆ ਗਿਆ ਤੇ ਉਸ ਤੋਂ ਉਧਰ ਵਿਹੜੇ ਹੋਏ ਨੇ, ਉਹ ਰਾਈਟ ਵੇ ਪੰਜਾਬ 'ਚ ਆ ਗਏ ਨੇ ਜੀ, ਬਠਿੰਡੇ ਗਏ ਨੇ। ਤੁਹਾਨੂੰ ਨਹੀਂ ਲੱਗਦਾ ਕਿ ਕੈਪਟਨ ਅਮਰਿੰਦਰ ਤੇ ਨਵਜੋਤ ਸਿੱਧੂ 'ਚ ਮਾੜਾ ਮੋਟਾ ਜਿਹਨੂੰ ਕਹਿੰਦੇ ਨੇ ਕੰਨੀ ਦੇਣ ਵਾਲੀ ਹੈ, ਝੋਕ ਇੱਕ ਦੂਜੇ ਪਾਸੇ ਵੱਜਦੀ ਹੈ ਮਾੜੀ ਜੀ? ਨਹੀਂ, ਕੋਈ ਐਸੀ ਕੋਈ ਗੱਲ ਨਹੀਂ ਹੈਗੀ, ਕਿਉਂਕਿ ਨੈਚੁਰਲੀ ਆ ਵੀ ਤੁਹਾਡੇ ਸਾਹਮਣੇ ਸਿੱਧੂ ਸਾਹਿਬ ਕਿੰਨੀ ਵਾਰ ਕਹਿ ਚੁੱਕੇ ਨੇ ਵੀ ਮੇਰੇ ਪਿਓ ਸਮਾਨ ਨੇ, ਮੈਂ ਉਹਨਾਂ ਦਾ ਰਿਸਪੈਕਟ ਕਰਦਾ। ਨਹੀਂ, ਪਰ ਪੁੱਤ ਤੇ ਬਾਪ ਦੀ ਲੜਾਈ ਵੀ ਹੋ ਸਕਦੀ ਹੈ, ਖਿਆਲਾਂ ਦੀ ਲੜਾਈ ਹੋ ਸਕਦੀ ਹੈ, ਖਿਆਲਾਂ ਦੀ ਲੜਾਈ ਹੋ ਸਕਦੀ ਹੈ, ਵਾਦਾਂ ਦਾ ਜੀ। ਹਾਂਜੀ, ਮੈਂ ਆਉਣਾ ਤੁਹਾਡੇ ਕੋਲ। ਦੇਖੋ ਜੀ, ਨਵਜੋਤ ਸਿੰਘ ਸਿੱਧੂ ਜਦੋਂ ਤੋਂ ਕਾਂਗਰਸ ਤਾਂ ਆਏ ਨੇ ਨਾ, ਪੰਜਾਬ ਕਾਂਗਰਸ 'ਚੋਂ ਅਨਫਿਟ ਨੇ। ਇੱਕ ਉਹ ਸਟਾਰ ਪ੍ਰਚਾਰਕ ਨੇ, ਬਹੁਤ ਵਧੀਆ ਕਰਾਊਡ ਪੁੱਲਰ ਨੇ ਤੇ ਹਿੰਦੀ ਵੀ ਬਹੁਤ ਸੋਹਣੀ ਬੋਲ ਲੈਂਦੇ ਨੇ, ਇਸ ਕਰਕੇ ਨੈਸ਼ਨਲ ਲੈਵਲ ਤੇ ਤਾਂ ਉਹਨਾਂ ਦਾ ਮੁੱਲ ਹੈ, ਪਰ ਇੱਥੇ ਉਹਨਾਂ ਦਾ ਮੁੱਲ ਨਹੀਂ ਹੈ। ਬੇਸ਼ੱਕ ਉਹ ਕਹਿੰਦੇ ਨੇ ਵੀ ਉਹਨਾਂ ਕੋਲ ਟਾਈਮ ਨਹੀਂ, ਜਦੋਂ ਵਿਹਲੇ ਹੋਏ ਨੇ। ਹੁਣ ਰਾਹੁਲ ਗਾਂਧੀ ਦੀ ਰੈਲੀ ਤੇ ਉਹ ਵਿਹਲੇ ਹੀ ਸੀ, ਪਰ ਸਟੇਜ ਤੇ ਬੈਠੇ ਰਹੇ, ਵਿਹਲੇ ਹੀ ਬੈਠੇ ਰਹੇ। ਤੇ ਦੂਜੇ ਹੁਣ ਵੀ ਪ੍ਰਿੰਕਾ ਗਾਂਧੀ ਨੇ ਉਹਨਾਂ ਨੂੰ ਸੱਦਿਆ, ਬਾਕੀ ਟਾਈਮ ਤੇ ਉਹਨਾਂ ਨੂੰ ਵਿਹਲੇ ਹੀ ਰੱਖਿਆ ਜਾਂਦਾ। ਕਰਤਾਰਪੁਰ ਵੀ ਉਹਨਾਂ ਨੂੰ ਫੰਕਸ਼ਨ ਤੋਂ ਦੂਰ ਰੱਖਿਆ ਗਿਆ, ਉਹ ਆਏ ਤੇ ਮੱਥਾ ਟੇਕ ਕੇ ਸਪੈਸ਼ਲ ਚਾਰਟਰਡ ਜਹਾਜ਼ 'ਚ ਵਾਪਸ ਮੁੜ ਗਏ, ਕਿਉਂਕਿ ਪੰਜਾਬ ਕਾਂਗਰਸ 'ਚ ਸਿੱਧੂ ਨੂੰ ਵੱਡਾ ਕੱਦ ਨਹੀਂ ਦੇਣਾ ਚਾਹੁੰਦੇ ਲੋਕਲ ਲੀਡਰ ਨੇ। ਇਸੇ ਕਰਕੇ ਉਹਨਾਂ ਨੂੰ ਚੁਣਾਵ ਤੋਂ ਵੀ, ਬਾਕੀ ਇਲੈਕਸ਼ਨ ਡਿਊਟੀ ਤੋਂ, ਬਾਕੀ ਤੋਂ ਕਿਸੇ ਮੇਨ ਪੋਰਟਫੋਲੀਓ ਤੋਂ ਦੂਰ ਰੱਖਿਆ ਜਾਂਦਾ। ਇਹ ਤਾਂ ਜਗ ਜ਼ਾਹਿਰ ਹੈ, ਬੜੀ ਵਾਰੀ ਹੋ ਚੁੱਕਿਆ ਜੀ। ਚਲੋ, ਕਾਂਗਰਸ ਦੇ ਲੀਡਰਾਂ ਨੂੰ, ਸਥਾਨਕ ਲੀਡਰਾਂ ਨੂੰ ਡਰ ਹੈ ਵੀ ਸਿੱਧੂ ਸਾਡੇ ਤੇ ਹਾਵੀ ਨਾ ਹੋ ਜੀ। ਬਿਲਕੁਲ। ਚਲੋ, ਹਾਂਜੀ, ਤੁਸੀਂ ਕੀ ਕਹਿਣਾ ਚਾਹੋਗੇ? ਸਥਾਨਕ ਲੀਡਰਾਂ ਨੂੰ ਜੀ, ਕੈਪਟਨ ਸਾਹਿਬ ਨੂੰ ਡਰ ਹੈ ਜੀ ਜੀ। ਅੱਜ ਤੁਸੀਂ ਦੇਖਿਆ ਨਾ, ਨਹੀਂ, ਡਰ ਤਾਂ ਮੋਦੀ ਸਾਹਿਬ ਨੂੰ ਹੈ, ਕਿਉਂਕਿ ਸਿੱਧੂ ਦੀਆਂ ਰੈਲੀਆਂ 'ਚ ਮੋਦੀ ਦੇ ਜਿਹੜੀਆਂ ਕਮੀਆਂ ਨੇ ਸਕੀਮਾਂ ਦੀਆਂ, ਸਿੱਧੂ ਉਹਨਾਂ ਕਮੀਆਂ ਤੇ ਵੀ ਪੈਂਚਰ ਲਾਉਂਦਾ। ਜਿਹੜੀਆਂ ਸਰਕਾਰੀ ਸਕੀਮਾਂ ਰੱਜ ਪੈਂਚਰ ਲਾਉਣ, ਸਾਨੂੰ ਕੋਈ ਇਤਰਾਜ਼ ਨਹੀਂ ਹੈ, ਹੁਬ ਲਾਉਣ, ਸਾਨੂੰ ਕੋਈ ਇਤਰਾਜ਼ ਨਹੀਂ।
ਮੈਂ ਇਹ ਗੱਲ ਕਹਿਣ ਲੱਗਾ ਵੀ ਅੱਜ ਬਠਿੰਡੇ ਰੈਲੀ ਵਿੱਚ ਜੋ ਨਵਜੋਤ ਸਿੰਘ ਸਿੱਧੂ ਬੋਲ ਰਹੇ ਸੀਗੇ ਜੀ। ਉਹਨਾਂ ਨੇ ਬਕਾਇਦਗੀ ਨਾਲ ਕੈਪਟਨ ਸਾਹਿਬ ਨੂੰ ਕੋਟ ਕੀਤਾ ਅਨਕੋਟ ਵੇ ਦੇ ਵਿੱਚ। ਉਹਨਾਂ ਨੇ ਕਿਹਾ ਵੀ ਮੇਰੀ ਵਾਈਫ ਜਿਹੜੀ ਹੈ ਨਵਜੋਤ ਕੌਰ ਸਿੱਧੂ ਇਤਨੀ ਤਾਕਤਵਰ ਹੈ ਕਿ ਉਹ ਝੂਠ ਨਹੀਂ ਬੋਲਦੀ। ਜੀ। ਬੀਬੀ ਨਵਜੋਤ ਕੌਰ ਨੇ ਕਿਹਾ ਵੀ ਆਸ਼ਾ ਕੁਮਾਰੀ ਔਰ ਕੈਪਟਨ ਸਾਹਿਬ ਨੇ ਰਲ ਕੇ ਮੇਰੀ ਅੰਮ੍ਰਿਤਸਰ ਤੋਂ ਟਿਕਟ ਕਟਾਤੀ, ਮੈਂ ਚੰਡੀਗੜ੍ਹ ਤੋਂ ਟਿਕਟ ਮੰਗੀ ਸੀ, ਉੱਥੇ ਵੀ ਭਾਨੀ ਮਾਰ ਦਿੱਤੀ। ਠੀਕ ਹੈ ਜੀ। ਇਸ ਚੀਜ਼ ਨੂੰ ਸਿੱਧੂ ਸਾਹਿਬ ਨੇ ਔਨ ਰਿਕਾਰਡ ਸਟੇਜ ਤੇ ਕਿਹਾ। ਬੀਬੀ ਸਿੱਧੂ ਨੇ ਕਿਹਾ ਵੀ ਮੈਡਮ ਪ੍ਰਿਯੰਕਾ ਗਾਂਧੀ ਨੇ ਉਹਨਾਂ ਨੂੰ ਬੁਲਾਇਆ ਤਾਂ ਸਿੱਧੂ ਸਾਹਿਬ ਆਏ ਨੇ, 1 ਮਿੰਟ ਚ ਆ ਗਏ ਨੇ। ਉਹਨਾਂ ਨੇ ਕਿਹਾ ਤੇ ਉਹ ਉੱਥੇ ਆ ਗਏ ਨੇ, ਜਿਵੇਂ ਬੰਦਾ ਨਮੋਦਾਰ ਹੋ ਜਾਂਦਾ ਪ੍ਰਗਟ ਹੋ ਜਾਂਦਾ ਹੈ। ਦੂਜੀ ਗੱਲ ਉਹਨਾਂ ਨੇ ਕਿਹਾ ਵੀ ਅਸੀਂ ਕੈਪਟਨ ਸਾਹਿਬ ਦੇ ਨਾਲ ਨਹੀਂ ਕੰਮ ਕਰਨਾ ਚਾਹੁੰਦੇ, ਸਾਡਾ ਉਹਨਾਂ ਨਾਲ ਬਖਾਂਦ ਹੈ। ਬੀਬੀ ਨਵਜੋਤ ਕੌਰ ਨੇ ਪਬਲਿਕਲੀ ਔਨ ਰਿਕਾਰਡ ਇਹ ਗੱਲਾਂ ਕਹੀਆਂ ਨੇ ਵੀ ਸਾਨੂੰ ਕੈਪਟਨ ਸਾਹਿਬ ਨੇ ਰੋਲਿਆ, ਲੇਕਿਨ ਅਸੀਂ ਰਾਹੁਲ ਗਾਂਧੀ ਕਰਕੇ ਔਰ ਪ੍ਰਿਯੰਕਾ ਗਾਂਧੀ ਕਰਕੇ ਕਾਂਗਰਸ ਦਾ ਕੰਮ ਕਰ ਰਹੇ ਹਾਂ ਔਰ ਸਾਰੀਆਂ ਸੀਟਾਂ ਜਿਤਾਵਾਂਗੇ, ਕੈਪਟਨ ਸਾਹਿਬ ਨੂੰ ਰਿਜ਼ਾਈਨ ਨਹੀਂ ਕਰਨ ਦਿਆਂਗੇ। ਜੀ ਚਲੋ, ਤੁਸੀਂ ਖੁਸ਼ ਹੋ? ਬੀਜੇਪੀ ਵਾਲੇ ਖੁਸ਼ ਹੁੰਦੇ ਨੇ ਜਦੋਂ ਸਿੱਧੂ ਦੀ ਕਾਂਗਰਸ 'ਚ ਮਾੜੀ ਮੋਟੀ ਅਣਬਣ ਹੁੰਦੀ? ਦੇਖੋ ਗੱਲ ਇਸ ਤਰ੍ਹਾਂ, ਸਾਨੂੰ ਖੁਸ਼ ਹੋਣ ਦਾ ਕੋਈ ਮਸਲਾ ਨਹੀਂ। ਸਿੱਧੂ ਜੀ। ਸਾਹਿਬ ਸਾਡੇ ਕੋਲੋਂ ਹੀ ਕੰਮ ਕਰਦੇ ਗਏ ਨੇ, ਸਾਨੂੰ ਇਸ ਚੀਜ਼ ਦਾ ਦੁੱਖ ਹੈ ਵੀ ਇੱਕ ਹੀਰੇ ਦਾ ਮੁੱਲ ਕਾਂਗਰਸ ਨੇ ਨਹੀਂ ਪਾਇਆ। ਜੀ। ਜਿੰਨੇ ਚਾਵਾਂ ਮਲਹਾਰਾਂ ਨਾਲ ਲੈ ਕੇ ਗਏ ਸੀਗੇ, ਉਦੋਂ ਜ਼ਿਆਦਾ ਜਿਹਨੂੰ ਕਹਿੰਦੇ ਦੁੱਖ ਔਰ ਵਟੇਵੇ ਦੇ ਨਾਲ ਉਹਨੂੰ ਕੂੜੇਦਾਨ 'ਚ ਸੁੱਟਣ ਦੀ ਕੋਸ਼ਿਸ਼ ਕਰਦੇ ਨੇ ਕੈਪਟਨ ਸਾਹਿਬ। ਇਹਦਾ ਮੰਨਦੇ ਆ ਵੀ ਹੀਰਾ ਹੀਰਾ ਹੈ, ਹੀਰਾ ਦਾ ਵਾਲਿਆ ਸਾਨੂੰ ਕੁਝ ਨਹੀਂ ਹੀਰਾ ਤਾਂ ਮੰਨਦੇ ਨੇ, ਪਰ ਮੁੱਲ ਇਹਨਾਂ ਨੇ ਵੀ ਨਹੀਂ ਪਾਇਆ, ਤਾਂ ਕਿ ਹੀਰਾ ਦੂਜੇ ਪਾਸੇ ਗਿਆ। ਹਾਂਜੀ, ਸਾਨੂੰ ਮੁੱਲ ਖੁਸ਼ੀ ਨਹੀਂ ਹੁੰਦੀ ਹੈ ਜੀ ਪਿਆ ਜਦੋਂ ਪਰ ਹੀਰੇ ਦਾ ਮੁੱਲ ਕੇਜਰੀਵਾਲ ਨੇ ਵੀ ਨਹੀਂ ਪਾਇਆ। ਹਾਂ, ਉਦੋਂ ਬਿਲਕੁਲ। ਕੇਜਰੀਵਾਲ ਵੱਲ ਵੀ ਗੱਲ ਬਣ ਰਹੀ ਸੀ। ਬਿਲਕੁਲ, ਉਹਨਾਂ ਨੇ ਤਾਂ ਯਾਨੀ ਬੜੀ ਬੇਇੱਜ਼ਤੀ ਨਾਲ ਉਹਨਾਂ ਨੂੰ ਵਾਪਸ ਭੇਜਿਆ। ਉਹ ਤਾਂ ਨਵਜੋਤ ਕੌਰ ਸਿੱਧੂ ਆਪ ਕਹਿ ਚੁੱਕੇ ਨੇ। ਹੁਣ ਅਖੀਰ ਮੈਂ ਥੋੜੇ ਜਿਹੇ 2-4 ਪੁਆਇੰਟ ਲੈ ਲਾਂ ਇਸ ਗੱਲ ਨੂੰ ਅੱਗੇ ਵਧਾਉਣ ਤੋਂ ਪਹਿਲਾਂ। ਪੀਡੀਏ ਦੇ ਉਮੀਦਵਾਰਾਂ ਨੇ ਮੁੱਦਾ ਆਧਾਰਿਤ ਰਾਜਨੀਤੀ ਕੀਤੀ ਜਾਂ ਅਕਾਲੀ ਬੀਜੇਪੀ ਕਾਂਗਰਸ ਦੇ ਵਿਰੋਧ ਦੀ ਰਾਜਨੀਤੀ ਕੀਤੀ? ਰਵਾਇਤੀ ਪਾਰਟੀਆਂ ਦੇ ਖਿਲਾਫ ਉਹਨਾਂ ਦਾ ਬਿਆਨ ਰਿਹਾ। ਦੇਖੋ ਜੀ, ਕੀ ਉਹ ਅਸੀਂ ਮੁੱਦਾ ਆਧਾਰਿਤ ਰਿਹਾ? ਇਹ ਵੀ ਇੱਕ ਸਵਾਲ ਖੜੇ ਹੁੰਦੇ ਨੇ। ਸਾਡੇ ਤੇ ਸਾਰੀ ਕੈਂਪੇਨ ਹੀ ਮੁੱਦੇ ਆਧਾਰਿਤ ਹੈ। ਅਸੀਂ ਤਾਂ ਪੰਜਾਬ ਦੇ ਮੁੱਦਿਆਂ ਨੂੰ ਚੱਕਿਆ। ਅਸੀਂ ਅਜੇ ਨੈਸ਼ਨਲ ਲੈਵਲ ਤੇ ਨਾ ਤਾਂ ਕੋਈ ਸਾਡੀ ਸੋਚ ਹੈ, ਨਾ ਅਜੇ ਅਸੀਂ ਉੱਦਾਂ ਦਾ ਕੋਈ ਗਠਬੰਧਨ ਕੀਤਾ ਵੀ ਅਸੀਂ ਸਿਰਫ ਪੰਜਾਬ ਦੇ ਜਿਹੜੇ ਮੁੱਦੇ ਨੇ ਉਹਨਾਂ ਤੇ ਚੱਕਿਆ ਔਰ ਲੋਕਾਂ ਤੱਕ ਇਹ ਲਿਜਾਣ ਦੀ ਕੋਸ਼ਿਸ਼ ਕੀਤੀ ਹੈ ਵੀ ਰਵਾਇਤੀ ਪਾਰਟੀਆਂ ਦੀ ਆਪਸ ਦੀ ਲੜਾਈ ਔਰ ਮਿਲ ਕੇ ਕੁਝ ਸੀਟਾਂ ਤੇ ਇਲੈਕਸ਼ਨ ਲੜਨ ਕਰ ਪੰਜਾਬ ਦੇ ਮੁੱਦੇ ਕਿੱਥੇ ਰੁਲ ਗਏ ਨੇ। ਹੁਣ ਜਿੱਦਾਂ ਪੰਜਾਬ ਦੇ ਪਿਛਲੇ ਪਾਣੀਆਂ ਦਾ ਮੁੱਦਾ ਹੈ ਜਾਂ ਪਾਣੀ ਦੀ ਰਾਇਲਟੀ ਦਾ ਮੁੱਦਾ ਹੈ, ਕਿਸੇ ਪਾਰਟੀ ਨੇ ਡਿਸਕਸ ਹੀ ਨਹੀਂ ਕੀਤਾ। ਕਿਸੇ ਪਾਰਟੀ ਨੇ ਇਹ ਕਿਹਾ ਮੈਨੀਫੈਸਟੋ ਵਿੱਚ ਚੰਡੀਗੜ੍ਹ ਪੰਜਾਬ ਨੂੰ ਦਵਾਵਾਂਗੇ, ਕਿਉਂਕਿ ਇਹ ਮੁੱਦੇ ਰੁਲ ਗਏ ਨੇ। ਅਸੀਂ ਤਾਂ ਲੋਕਾਂ ਨੂੰ ਜਗਾ ਰਹੇ ਹਾਂ ਵੀ ਜਿਹੜੇ ਸਾਡੇ ਪੰਜਾਬ ਦੇ ਮੁੱਦੇ ਨੇ, ਪਾਣੀਆਂ ਦਾ ਮੁੱਦਾ, ਨਸ਼ੇ ਦਾ, ਅਨਐਮਪਲੋਇਮੈਂਟ ਦਾ, ਇਹ ਚੀਜ਼ਾਂ ਤੇ ਧਿਆਨ ਦਿੱਤਾ ਜਾਵੇ। ਜੇ ਸਾਡੇ ਬੰਦੇ ਅੱਗੇ ਜਾ ਕੇ ਬੋਲਣਗੇ ਜਾਂ ਇੰਡਸਟਰੀ ਨੂੰ ਵਾਪਸ ਲੈ ਕੇ ਆਉਣ ਦਾ, ਇੱਥੇ ਉਹਨਾਂ ਦੀ ਸਬਸਿਡੀ ਦਿਵਾਉਣ ਦਾ ਜਿੱਦਾਂ ਹਿਮਾਚਲ ਵਾਂਗ ਮਿਲੀ ਹੈ, ਤਾਂ ਹੀ ਇੱਥੇ ਪੰਜਾਬ 'ਚ ਕੋਈ ਅਸੀਂ ਨਵਾਂ ਚੀਜ਼ ਲੈ ਕੇ ਆ ਸਕਦੇ ਹਾਂ ਤੇ ਪੰਜਾਬ ਦਾ ਵਿਕਾਸ ਹੋ ਸਕਦਾ। ਜੀ ਚਲੋ, ਮੈਂ ਕਿਸੇ ਦੇ ਜਿੱਤ ਹਾਰ ਦੀ ਗੱਲ ਨਹੀਂ ਕਰੂੰਗਾ ਅੱਜ, ਕਿਉਂਕਿ ਚੋਣ ਪ੍ਰਚਾਰ ਵੀ ਖਤਮ ਹੈ। ਮੈਂ ਇਹ ਵੀ ਨਹੀਂ ਗੱਲ ਕਰੂੰਗਾ ਕਿ ਕੌਣ ਕਿੰਨੀਆਂ ਸੀਟਾਂ ਜਿੱਤੂ, ਕੌਣ ਕਿੰਨੀਆਂ ਸੀਟਾਂ ਹਾਰੂ। ਪਰ ਇਹ ਚੋਣਾਂ ਜਿਹੜੀਆਂ ਹੋ ਰਹੀਆਂ ਨੇ, ਕਿ ਪੰਜਾਬ ਦੀ ਭੂਮਿਕਾ ਚੰਗੀ ਅਦਾ ਹੋਵੇ ਦੇਸ਼ ਦੀ ਪਾਰਲੀਮੈਂਟ ਦੇ ਵਿੱਚ? ਕੋਈ ਆਸ ਹੈ ਵੀ ਪਾਰਲੀਮੈਂਟ 'ਚ ਚੰਗੇ ਲੋਕ ਰਿਪਰੈਜ਼ੈਂਟ ਕਰਨਗੇ ਪੰਜਾਬ ਵਾਲੇ? ਬਿਲਕੁਲ ਹੈ ਜੀ, ਸਾਨੂੰ ਦੇਖੋ ਉਮੀਦ ਹੈ ਵੀ ਲੋਕ ਕੈਂਡੀਡੇਟ ਦੇਖ ਕੇ ਵੋਟ ਪਾਉਣਗੇ। ਜੇ ਲੋਕ ਇੱਕ ਵਾਰੀ ਕੈਂਡੀਡੇਟ ਦੇਖ ਕੇ ਵੋਟ ਪਾਉਣ ਲੱਗ ਜਾਣ ਵੀ ਚੰਗਾ ਕੈਂਡੀਡੇਟ ਹੈ, ਜੇ ਕਿਸੇ ਵੀ ਪਾਰਟੀ ਦਾ ਜਿੱਤ ਕੇ ਆਊਗਾ ਅਸੀਂ ਤਾਂ ਉਹਦਾ ਸਵਾਗਤ ਕਰਾਂਗੇ। ਜੇ ਚੰਗੇ ਲੋਕ ਜਾਣਗੇ, ਨੈਚੁਰਲੀ ਪਾਰਟੀਆਂ ਤੇ ਵੀ ਪ੍ਰੈਸ਼ਰ ਪਊਗਾ, ਅਗਲੇ ਵਾਰੀ ਕੈਂਡੀਡੇਟ ਚੰਗੇ ਹੋਣਗੇ। ਤੇ ਅਸੀਂ ਉਮੀਦ ਕਰਦੇ ਹਾਂ ਵੀ ਲੋਕ ਕੈਂਡੀਡੇਟ ਦੀ ਛਵੀ ਦੇਖਣ, ਉਹਦੇ ਦੇਖੇ ਹੋਏ ਕੀਤੇ ਹੋਏ ਕੰਮ ਦੇਖਣ ਤੇ ਉਹਦੀ ਇਮਾਨਦਾਰੀ ਦੇਖਣ ਤੇ ਉਸ ਹਿਸਾਬ ਨਾਲ ਵੋਟ ਪਾਉਣ। ਜੀ ਕੌਸ਼ਿਕ ਜੀ, ਆਖਰੀ ਟਿੱਪਣੀ, ਪਾਰਲੀਮੈਂਟ 'ਚ ਪੰਜਾਬ ਕਿਹੋ ਜਿਹਾ ਦਿਖੂਗਾ? ਕੀ ਲੱਗਦਾ? ਸਾਡਾ ਤਾਂ ਇਹੀ ਕਹਿਣਾ ਜੀ, ਪਾਰਲੀਮੈਂਟ 'ਚ ਪੰਜਾਬ ਜਿਹੜਾ ਹੈਗਾ, ਪੰਜਾਬ ਦਾ ਸੂਝਵਾਨ ਵੋਟਰ ਜਿਹੜਾ 13 ਦੀਆਂ 13 ਸੀਟਾਂ ਤੇ ਸ਼੍ਰੋਮਣੀ ਅਕਾਲੀ ਦਲ ਔਰ ਭਾਰਤੀ ਜਨਤਾ ਪਾਰਟੀ ਦੇ 13 ਦੇ 13 ਕੈਂਡੀਡੇਟਾਂ ਨੂੰ ਜਿਤਾ ਕੇ ਭੇਜੇ, ਤਾਂ ਕਿ ਇੱਕ ਸੁਰ ਦੇ ਵਿੱਚ ਪੰਜਾਬ ਦਾ ਵਿਕਾਸ ਔਰ ਪੰਜਾਬ ਦੀ ਆਵਾਜ਼ ਪਾਰਲੀਮੈਂਟ 'ਚ ਚੱਕੀ ਜਾ ਸਕੇ। ਸੋ ਜਦ ਬੀਜੇਪੀ ਅਕਾਲੀ ਨਹੀਂ ਜਾਂਦੇ ਉੱਥੇ ਤੇ ਆਵਾਜ਼ ਨਹੀਂ ਚੱਕੀ ਜਾਣੀ। ਮਤਲਬ ਅੱਜ ਤੱਕ ਤੁਸੀਂ ਹੁਣ ਦੱਸ ਕੇ ਹੋ ਨਹੀਂ ਚੱਕੀ ਜਾਂਦੀ। ਚਲੋ, ਤੁਹਾਡੇ ਨਾਲ ਹੀ ਨੇ, ਜਿਹੜਾ ਮੈਂ ਦੱਸ ਕੇ ਹਟਿਆ ਤੁਹਾਡੇ ਵੀ ਨਾਲ ਹੀ ਨੇ ਬੀਜੇਪੀ ਵਾਲੇ। ਤੁਹਾਨੂੰ ਕੀ ਲੱਗਦਾ ਜੀ, ਕਿਹੋ ਜਿਹੀ ਸਥਿਤੀ ਰਹਿਣ ਵਾਲੀ ਹੈ ਪਾਰਲੀਮੈਂਟ ਦੇ ਵਿੱਚ? ਇਹ ਦੇਖੋ ਜੀ, ਪਰਮਾਤਮਾ ਦੀ ਕਿਰਪਾ ਦੇ ਨਾਲ ਜੋ ਮਾਹੌਲ ਦੇਖ ਰਹੇ ਆ ਆਪਾਂ, ਅੱਜ ਦਾ ਦੇਖਿਆ ਅੱਜ ਚੋਣ ਪ੍ਰਚਾਰ ਬੰਦ ਹੋ ਗਿਆ ਤੇ ਉਸ ਦਾ ਜੋ ਨੀਤੀ ਇਲੈਕਸ਼ਨ ਹੋਣੀਆਂ ਨੇ, ਜੋ ਲੋਕਾਂ ਦੇ ਵਿੱਚ ਇੰਨਾ ਰੁਝਾਨ ਆ ਵੋਟਿੰਗ ਦਾ, ਇਹ ਵਾਕਈ ਸਹੀ ਗੱਲ ਹੈ ਜਿਵੇਂ ਢਿੱਲੋਂ ਸਾਹਿਬ ਕਹਿ ਰਹੇ ਨੇ। ਹਾਲਾਂਕਿ ਦੇਸ਼ ਦੇ ਕਈ ਸੂਬਿਆਂ 'ਚ ਵੋਟ ਫੀਸਦ ਘੱਟ ਪਈ ਹੈ। ਪੰਜਾਬ 'ਚ ਆਸ ਕਰਦੇ ਹਾਂ ਕਿ ਅਸੀਂ, ਮੈਂ ਤਾਂ ਕਹਿੰਦਾ 100% ਵੋਟਾਂ ਪੈਣੀਆਂ ਚਾਹੀਦੀਆਂ ਨੇ। ਮੈਂ ਵੀ ਵੋਟ ਪਾ ਕੇ ਆਊਂਗਾ। ਸੋ ਸਾਰੇ ਵੋਟ ਪਾ ਕੇ ਆਓ, 100% ਪੈਣੀਆਂ ਚਾਹੀਦੀਆਂ ਨੇ। ਪਰ ਆਸ ਕਿੰਨੀ ਕਿ ਤੁਹਾਨੂੰ ਪਾਰਟੀਆਂ ਨੂੰ ਕਿੰਨੀ ਆਸ ਹੈ? ਕਿਉਂਕਿ ਤੁਹਾਡੀਆਂ ਪੋਲੀਟੀਕਲ ਪਾਰਟੀਆਂ ਦੀ ਪਰਫਾਰਮੈਂਸ ਤੋਂ ਬਾਅਦ ਹੀ ਲੋਕਾਂ ਨੇ ਨਿਕਲਣਾ। ਕਿਉਂਕਿ ਜਿਹੜੀ ਲੋਕਾਂ ਦੀ ਜਿਹੜੀ ਸੋਚ ਹੈ ਨਾ, ਇਸ ਵਾਰ ਜਿਹੜੀ ਹੈਗੀ ਆ, ਉਹ ਮੈਕਸਿਮਮ ਵੋਟ ਪੋਲ ਹੋਊਗੀ, ਪੰਜਾਬ ਦੀ ਰਿਕਾਰਡ ਕਾਇਮ ਹੋਊਗਾ। ਕਿਉਂਕਿ ਲੋਕ ਬੜੇ ਸਿਆਣੇ ਨੇ ਪੰਜਾਬ ਦੇ ਤੇ ਕਦੇ ਗਲਤ ਫੈਸਲਾ ਨਹੀਂ ਕਰਦੇ ਹੈਗੇ ਜੀ। ਤੇ ਇਸ ਵਾਰ ਜਿਵੇਂ ਇਸ ਤਰ੍ਹਾਂ ਢਿੱਲੋਂ ਸਾਹਿਬ ਨੇ ਕਹਿ ਰਹੇ ਨੇ, ਵਾਕਈ ਸਹੀ ਗੱਲ ਆ ਵੀ ਲੋਕ ਚਾਹੁੰਦੇ ਕਿ ਇੱਕ ਅੱਛੇ ਇਨਸਾਨ ਅੱਗੇ ਆਉਣ ਜੀ, ਅੱਛੇ ਇਨਸਾਨਾਂ ਦੀ ਜਿਹੜੀ ਚੋਣ ਹੋਊਗੀ। ਔਰ ਮੈਂ ਇਹ ਵੀ ਕਹਿਣ ਦੇ ਵਿੱਚ ਕੋਈ ਗੁਰੇਜ਼ ਨਹੀਂ ਕਰੂੰਗਾ ਵੀ ਇਸ ਵਾਰ ਪਰਮਾਤਮਾ ਦੀ ਕਿਰਪਾ ਦੇ ਨਾਲ ਜੋ ਲੋਕ ਚਾਹੁੰਦੇ ਨੇ, ਜਿਸ ਤਰ੍ਹਾਂ ਦੇ ਕੈਪਟਨ ਸਾਹਿਬ ਨੇ
ਸਟਾਰਟਿੰਗ ਦੇ ਵਿੱਚ ਹੀ ਕਾਫੀ ਕੁਝ ਦੇਣ ਦੀ ਕੋਸ਼ਿਸ਼ ਕੀਤੀ ਹੈ, ਕਿਸਾਨਾਂ ਨੂੰ ਬੇਰੁਜ਼ਗਾਰੀ ਨੂੰ ਕਵਰ ਕਰਨ ਦੀ ਕੋਸ਼ਿਸ਼ ਕੀਤੀ ਹੈ, ਨਸ਼ਿਆਂ ਨੂੰ ਠੱਲ ਪਾਉਣ ਦੀ ਕੋਸ਼ਿਸ਼ ਕੀਤੀ ਹੈ, ਮੁੱਦਿਆਂ ਤੇ ਰਾਤ ਇਲੈਕਸ਼ਨ ਲੜੀ ਜਾ ਰਹੀ ਆ। ਤੇ ਇਸ ਕਰਕੇ ਲੱਗਦਾ ਵੀ ਸਾਡੇ 13 ਦੀਆਂ 13 ਜਿਹੜੀਆਂ ਸੀਟਾਂ ਨੇ ਤੁਹਾਡੇ ਕੋਲ ਹਾਂ 13 ਦੀਆਂ 13 ਸੀਟਾਂ ਬਾਕੀ ਵੇਲੇ। ਜਦਕਿ ਹਾਂ ਬਾਕੀ ਤੁਹਾਡੇ ਸਾਹਮਣੇ ਹੈ ਜੀ, ਤੁਹਾਡੇ ਸਾਹਮਣੇ ਕੀ ਵਿਸ਼ਨ ਹੈਗੀ ਆ, ਮੋਦੀ ਜੀ। ਸਾਹਿਬ ਦੀ ਕੀ ਵਿਸ਼ਨ ਹੈਗੀ ਆ, ਚਲੋ। ਬਾਦਲ ਪਰਿਵਾਰ ਦੀ ਕੀ ਵਿਸ਼ਨ ਹੈਗੀ ਆ। ਜੇ ਤੁਸੀਂ ਆਪ ਕਹਿ ਰਹੇ ਫਿਰੋਜ਼ਪੁਰ ਸੀਟ ਸੁਖਬੀਰ ਜਿੱਤ ਜਾਣਗੇ, ਉਹ ਲੜਾਈ ਤਾਂ ਲੋਕਾਂ ਦੀ ਸੁਖਬੀਰ ਜੀ ਨਾਲ, ਸਿੱਖਾਂ ਦੀ ਲੜਾਈ ਸੁਖਬੀਰ ਜੀ ਨਾਲ। ਮੋਦੀ ਸਾਹਿਬ ਖੁਦ ਹੀ ਚਾਹੁੰਦੇ ਵੀ ਪਰਿਵਾਰਵਾਦ ਭਰ ਹੋ ਗਿਆ ਜੀ। ਚਲੋ, ਨਹੀਂ ਵੈਸੇ ਮੋਦੀ ਸਾਹਿਬ ਨੇ ਵੀ ਕਿਤੇ ਨਾ ਕਿਤੇ ਪਰਿਵਾਰਵਾਦ ਤੋਂ ਗੁਰੇਜ਼ ਨਹੀਂ ਕੀਤਾ। ਧਰਮਿੰਦਰ ਦੇ ਦੋਵੇਂ ਪਰਿਵਾਰਾਂ 'ਚ ਟਿਕਟ ਆ ਗਈ, ਬੀਬੀ ਹੇਮਾ ਮਾਲਿਨੀ ਵਾਲੇ ਪਾਸੇ ਵੀ ਆ ਗਈ, ਰਾਜਨਾਥ ਉਹ ਆਪ- ਦੇ ਬੇਟੇ ਨੂੰ, ਤੇ ਸਭ ਨੂੰ। ਰਾਜਨਾਥ ਸਿੰਘ ਦੇ ਪੁੱਤਰ ਨੂੰ ਵੀ ਆ ਆ ਗਈ, ਗਈ। ਤੇ ਧਰਮਿੰਦਰ ਦੇ ਪੁੱਤਰ ਨੂੰ ਵੀ ਆ ਗਈ। ਹੇਮਾ ਮਾਲਿਨੀ ਆਪ ਆ ਗਈ, ਉਧਰ ਧਰਮਿੰਦਰ ਦਾ ਪੁੱਤ ਆ ਗਿਆ। ਸੋ ਠੀਕ ਹੈ। ਕਿਉਂਕਿ ਕਾਲੀ ਦੇ ਕਸੀਦੇ ਪੂਰੀ ਨਹੀਂ ਹੈਗੀ। ਚਲੋ, ਆਖਰੀ ਟਿੱਪਣੀ, ਗਠਬੰਧਨ ਤੁਹਾਡਾ ਪੀਡੀਏ ਵਾਲਾ ਕਿਤੇ ਖੜੂ ਆਸ ਹੈ? ਬਿਲਕੁਲ ਲੋਕ ਖੜੂ ਹੈ ਜੀ। ਮਾਨਤਾਨ ਦੇਣਗੇ? ਬਿਲਕੁਲ ਦੇਣਗੇ ਜੀ ਮਾਨਤਾਨ, ਤੇ ਤੁਸੀਂ ਰਿਜ਼ਲਟ ਦੇਖ ਲਿਓ, ਬਿਲਕੁਲ ਮਾਨਤਾਨ ਦੇਣਗੇ ਔਰ ਬਹੁਤ ਵਧੀਆ ਮਾਨਤਾਨ ਦੇਣਗੇ। ਚਲੋ, ਵੈਸੇ ਆਮ ਆਦਮੀ ਪਾਰਟੀ ਵਾਲੇ ਨੁਮਾਇੰਦੇ ਸਾਡੇ ਨਾਲ ਮੌਜੂਦ ਨਹੀਂ, ਪਰ ਆਮ ਆਦਮੀ ਪਾਰਟੀ ਵਾਲੇ ਨੁਮਾਇੰਦੇ ਨੇ ਜਿਹੜੀ ਪਹਿਲਾਂ ਗੱਲ ਕਹੀ ਹੈ, ਉਹਨਾਂ ਦੇ ਸਾਰੇ ਲੀਡਰਾਂ ਨੇ ਅੱਜ ਦਿਨ ਭਰ, ਉਹ ਕਹਿੰਦੇ ਸਾਡਾ ਵੀ ਮਾਣ ਰੱਖਣਗੇ ਪੰਜਾਬ ਦੇ ਲੋਕ। ਸੋ ਤਿੰਨੇ ਪਾਰਟੀਆਂ ਤਿਆਰ ਨੇ, ਅਕਾਲੀ, ਬੀਜੇਪੀ, ਕਾਂਗਰਸ, ਪੀਡੀਏ ਗਠਬੰਧਨ, ਆਮ ਆਦਮੀ ਪਾਰਟੀ ਤੇ ਬਹੁਤ ਸਾਰੀਆਂ ਥਾਵਾਂ ਤੇ ਆਜ਼ਾਦ ਉਮੀਦਵਾਰ ਵੀ ਖੜੇ ਆ। ਉਹ ਸਾਰਿਆਂ ਨੂੰ ਆਸ ਹੈ ਕਿ ਅਸੀਂ ਮੁੱਦਿਆਂ ਤੇ ਗੱਲ ਕਰ ਰਹੇ ਹਾਂ ਤੇ ਲੋਕ ਸਾਡਾ ਮਾਣ ਤਾਣ ਰੱਖਣਗੇ। ਕਰਨਲ ਸਾਹਿਬ, ਸਭ ਤੋਂ ਪਹਿਲਾਂ ਤਾਂ ਮੈਂ ਇਹ ਜਾਣਨਾ ਚਾਹੂੰਗਾ ਕਿ ਨਵੀਂ ਤਰ੍ਹਾਂ ਦੀ ਸਿਆਸਤ ਵੀ ਸਾਨੂੰ ਨਜ਼ਰ ਆ ਗਈ ਹੈ। ਚੋਣਾਂ ਤੋਂ ਪਹਿਲਾਂ ਨਵਜੋਤ ਸਿੰਘ ਸਿੱਧੂ, ਕੈਪਟਨ ਅਮਰਿੰਦਰ, ਨਵਜੋਤ ਕੌਰ ਸਿੱਧੂ, ਕੈਪਟਨ ਅਮਰਿੰਦਰ, ਇਹ ਨਵੀਂ ਜਿਹੜੀ ਸਿਆਸੀ ਜੰਗ ਵੀ ਸਾਨੂੰ ਆਪਸ 'ਚ ਨਜ਼ਰ ਆ ਗਈ ਕਾਂਗਰਸ 'ਚ। ਚੋਣਾਂ ਤੋਂ 2-3 ਦਿਨ ਪਹਿਲਾਂ ਇੱਕ ਤਾਂ ਇਹ ਬੜਾ ਅਹਿਮ ਮਸਲਾ ਬਣ ਗਿਆ। ਬੀਬੀ ਨਵਜੋਤ ਕੌਰ ਨੇ ਅੱਜ ਕਹਿ ਦਿੱਤਾ ਪਟਿਆਲੇ ਤੋਂ, ਕੱਲ ਵੀ ਉਹਨਾਂ ਨੇ ਕਿਹਾ ਕਿ ਮੇਰੀ ਜਾਣਬੁੱਝ ਕੇ ਟਿਕਟ ਆ ਜਿਹੜੀ ਮੈਨੂੰ ਨਹੀਂ ਦਿੱਤੀ ਗਈ। ਇਸ ਤੋਂ ਪਹਿਲਾਂ ਬੀਬੀ ਆਸ਼ਾ ਕੁਮਾਰੀ ਨੇ ਵੀ ਕਿਹਾ ਸੀ। ਸੋ ਕਾਂਗਰਸ ਨੂੰ ਜਿਹੜਾ ਆਪਸੀ ਕਲੇਸ਼ ਹੈ, ਮੈਨੂੰ ਲੱਗਦਾ ਚੋਣਾਂ ਤੋਂ ਪਾਰ ਲੈ ਕੇ ਜਾਣਾ ਚਾਹੀਦਾ ਸੀ। ਕਿਤੇ ਨਾ ਕਿਤੇ ਕਾਂਗਰਸ ਜ਼ਰੂਰ ਬਦਨਾਮੀ ਇਸ ਕਲੇਸ਼ ਦੇ ਨਾਲ ਆਪਣਾ ਕਰਾ ਰਹੀ ਹੈ। ਅਸੀਂ ਗੱਲਾਂ ਸਾਰਿਆਂ ਦੀਆਂ ਸੁਣ ਲਈਆਂ। ਦਰਸ਼ਨ ਢਿੱਲੋਂ ਜੀ, ਚੋਣਾਂ ਜਿਹੜੀਆਂ ਹੋਈਆਂ ਪੰਜਾਬ ਦੀਆਂ, ਕੀ ਪ੍ਰਚਾਰ ਮੁੱਦਾ ਆਧਾਰਿਤ ਰਿਹਾ ਪੋਲੀਟੀਕਲ ਪਾਰਟੀਆਂ ਦਾ, ਜਾਂ ਪੋਲੀਟੀਕਲ ਪਾਰਟੀਆਂ ਸਿਰਫ ਸੁਪਨਿਆਂ ਦੇ ਉੱਤੇ ਕੰਮ ਕਰਦੀਆਂ ਰਹੀਆਂ? ਔਰ ਇਸ ਤੋਂ ਵੀ ਅੱਗੇ ਜਾ ਕੇ ਸਵਾਲ, ਆਮ ਲੋਕ, ਪੰਜਾਬ ਦੇ ਲੋਕ ਕੀ ਇਸ ਵਾਰ ਮੁੱਦਿਆਂ ਤੇ ਵੋਟ ਪਾਉਣਗੇ ਜਾਂ ਭਾਵਨਾਵਾਂ 'ਚ ਬਹਿ ਕੇ ਵੋਟ ਪਾਉਣਗੇ? ਦੇਖੋ ਜੀ, ਲੋਕ ਤਾਂ ਹਮੇਸ਼ਾ ਹੀ ਚਾਹੁੰਦੇ ਨੇ ਵੀ ਮੁੱਦਿਆਂ ਤੇ ਗੱਲ ਹੋਵੇ, ਬੇਰੁਜ਼ਗਾਰੀ ਤੇ ਗੱਲ ਹੋਵੇ, ਨਸ਼ਿਆਂ ਤੇ ਗੱਲ ਹੋਵੇ, ਬਾਕੀ ਜੋ ਹੋਰ ਮੁੱਦੇ ਨੇ, ਲੋਕਲ ਮੁੱਦੇ ਨੇ, ਟ੍ਰੈਫਿਕ ਦਾ ਜਾਂ ਉਹਨਾਂ ਮੁੱਦਿਆਂ ਤੇ ਗੱਲ ਹੋਵੇ। ਪਰ ਪੋਲੀਟੀਸ਼ੀਅਨ ਇਹਨਾਂ ਨੂੰ ਭੜਕਾ ਕੇ ਦੂਜੀ ਸਾਈਡ ਲੈ ਜਾਂਦੇ ਨੇ। ਧਰਮ ਦੀ ਸਿਆਸਤ ਕੀਤੀ ਜਾਂਦੀ ਹੈ ਜਾਂ ਇੱਕ ਦੂਜੇ ਤੇ ਦੂਸ਼ਣਬਾਜ਼ੀਆਂ ਤੇ ਜ਼ਿਆਦਾ ਜ਼ੋਰ ਲਾਇਆ ਜਾਂਦਾ ਹੈ। ਅਸਲੀ ਮੁੱਦੇ ਜੋ ਸਿਆਸਤ 'ਚੋਂ ਗਾਇਬ ਹੋ ਜਾਂਦੇ ਨੇ। ਜਿਸ ਤਰ੍ਹਾਂ ਇਹਨਾਂ ਨੇ ਕਿਹਾ ਸੀ ਵੀ ਸਮਾਰਟ ਸਿਟੀ ਬਣਾਵਾਂਗੇ, ਜੋ ਸੰਸਦ ਗ੍ਰਾਮ ਯੋਜਨਾ ਦੇ ਅੰਦਰ ਅਸੀਂ ਵਿਲੇਜ ਡਿਵੈਲਪ ਕਰਾਂਗੇ। ਇੱਥੇ ਇਸੇਵਾਲ ਵਿਲੇਜ ਸੀ, ਉਹ ਤੇ ਬਿਲਕੁਲ ਹੀ ਕੋਈ ਕੰਮ ਨਹੀਂ ਹੋਇਆ ਜੋ ਰਵਨੀਤ ਬਿੱਟੂ ਨੇ ਅਡਾਪਟ ਕੀਤਾ ਸੀ। ਇਹ ਨਹੀਂ, ਗੋਦਲੇ ਪਿੰਡ ਤਾਂ ਕਿਸੇ 'ਚ ਵੀ ਜ਼ਿਆਦਾ ਕੰਮ ਕਿਸੇ 'ਚ ਵੀ ਕੋਈ ਕੰਮ ਨਹੀਂ ਵਿਨੋਦ ਹੋਇਆ। ਖੰਨੇ ਵਾਲੇ 'ਚ ਵੀ ਨਹੀਂ ਹੋਇਆ, ਸਮਾਰਟ ਸਿਟੀ 'ਚ ਨਹੀਂ ਹੋਇਆ, 2 ਕਰੋੜ ਨੌਕਰੀਆਂ ਤੇ ਨਹੀਂ ਹੋਇਆ। ਪਰ ਹੁਣ ਨਵੇਂ ਮੁੱਦੇ ਜੋ ਨੇ ਲਏ ਜਾਂਦੇ ਨੇ। ਹੁਣ ਇਸ ਵਾਰੀ ਰਾਮ ਮੰਦਿਰ ਨੂੰ ਵੱਧ ਜੋ ਸੀ ਸੈਨਾ ਦੇ ਉੱਪਰ ਪੁਲਵਾਮਾ ਦੀਆਂ ਵੱਡੀਆਂ ਗੱਲਾਂ ਹੋਈਆਂ ਤੇ ਇੱਕ ਤਰ੍ਹਾਂ ਨਾਲ ਪਾਕਿਸਤਾਨ ਨੂੰ ਸਾਡਾ ਸਭ ਤੋਂ ਵੱਡਾ ਦੁਸ਼ਮਣ ਬਣਾ ਕੇ, ਹਊਆ ਬਣਾ ਕੇ ਪੇਸ਼ ਕੀਤਾ ਗਿਆ। ਔਰ ਹਜੇ ਤੱਕ ਪਾਕਿਸਤਾਨ ਨਾਲ ਜੋ ਹੈ ਤਨਾਤਨੀ ਚੱਲ ਰਹੀ ਹੈ। 에ਅਰ ਸਪੇਸ ਬੰਦ ਹੈ। ਬਾਹਰ ਆਉਣ ਜਾਣ ਵਾਲੇ ਬੰਦੇ, ਉਹਨਾਂ ਨੂੰ ਪਤਾ ਵੀ ਕਿੰਨੀਆਂ ਮੁਸੀਬਤਾਂ ਝੇਲ ਰਹੇ ਨੇ, ਇਸ ਕਰਕੇ ਡਾਇਰੈਕਟ ਫਲਾਈਟਸ ਬੰਦ ਨੇ, ਲੰਬੀਆਂ ਹੋ ਗਈਆਂ ਫਲਾਈਟਾਂ, ਟਿਕਟਾਂ ਬਹੁਤ ਮਹਿੰਗੀਆਂ ਚੱਲ ਰਹੀਆਂ ਨੇ। ਪਰ ਮੁੱਦੇ ਉਹ ਗਾਇਬ ਨੇ। ਲੋਕ ਤਾਂ ਚਾਹੁੰਦੇ ਨੇ ਵੀ ਮੁੱਦੇ ਡਿਸਕਸ ਕਰੀਏ, ਪਰ ਮੁੱਦਿਆਂ ਨੂੰ ਡਾਇਵਰਟ ਕਰਕੇ ਜੇ ਤੁਸੀਂ ਉਹ ਕੀਤਾ ਤੇ ਅਸੀਂ ਇਹ ਕੀਤਾ, ਤੁਸੀਂ ਪਹਿਲਾਂ ਉਹ ਕੀਤਾ ਸੀ ਤੇ ਹੁਣ ਦੁਬਾਰਾ ਨਹਿਰੂ ਤੱਕ ਜਾ ਰਹੇ ਹਾਂ ਅਸੀਂ, ਜਾਂ ਹੋਰ ਕਿਸੇ ਤੇ ਅਸੀਂ ਰਾਜੀਵ ਗਾਂਧੀ ਦਾ ਕੱਢ ਰਹੇ ਹਾਂ ਵੀ ਉਹਨੇ ਹਵਾਈ ਜਹਾਜ਼ ਯੂਜ਼ ਕੀਤਾ ਸੀ। ਦੇਖੋ, ਇਹ ਇਤਿਹਾਸ ਹੈ, ਇਤਿਹਾਸ ਨੂੰ ਬਦਲਿਆ ਨਹੀਂ ਜਾ ਸਕਦਾ। ਅਸੀਂ ਫਿਊਚਰ ਬਦਲ ਸਕਦੇ ਹਾਂ। ਸਾਨੂੰ ਅੱਗੇ ਆਉਣ ਵਾਲੇ ਵਾਸਤੇ ਸੋਚਣਾ ਚਾਹੀਦਾ। ਤੁਹਾਡਾ ਕੀ ਰਿਐਕਸ਼ਨ ਹੈ ਜੀ ਕੌਸ਼ਿਕ ਸਾਹਿਬ? ਕਿਵੇਂ ਦੇਖਦੇ ਹੋ ਮੁੱਦਾ ਵਿਹੀਨ ਚੋਣ ਪ੍ਰਚਾਰ ਰਿਹਾ ਸਾਰੀਆਂ ਪੋਲੀਟੀਕਲ ਪਾਰਟੀਆਂ ਦਾ, ਜਾਂ ਵਿੱਚ ਕਿਤੇ ਦਿਸ਼ਾ ਰਹੀ ਚੋਣ ਪ੍ਰਚਾਰ ਦੀ? ਦੇਖੋ ਜੀ, ਭਾਰਤੀ ਜਨਤਾ ਪਾਰਟੀ ਨੇ ਕੋਈ ਵੀ ਮੁੱਦਾ ਵਿਹੀਨ ਚੋਣ ਪ੍ਰਚਾਰ ਨਹੀਂ ਕੀਤਾ। ਸਿਰਫ ਤੁਹਾਡੀ ਬੀਬੀ ਨੇ ਕਿਹਾ ਕਿ ਨੱਥੂਰਾਮ ਗੌਂਡਸੇ ਦੇਸ਼ ਭਗਤ ਸੀ। ਮੁੱਦਾ ਵਿਹੀਨ ਪ੍ਰਚਾਰ ਕੋਈ ਨਹੀਂ ਕੀਤਾ। ਉਹਦੇ ਤੇ ਬੀਬੀ ਨੇ ਮਾਫੀ ਵੀ ਮੰਗ ਲਈ। ਚਲੋ, ਔਰ ਪਾਰਟੀ ਨੇ ਜੁਰਮ ਕਰਕੇ ਮਾਫੀ ਮੰਗਣਾ ਸੀ ਇੱਕ ਨਵੀਂ ਤਰ੍ਹਾਂ ਦੀ ਗੰਦੀ ਬਹਿਸ ਨੂੰ ਤਾਂ ਜਨਮ ਦੇ ਜਾਂਦੇ ਆ ਨਾ। ਜੁਰਮ ਕਰਕੇ ਮਾਫੀ ਮੰਗਣਾ। ਡੱਲਾ ਜੀ, ਉਹ ਬੀਬੀ ਤੇ ਦੇਖੋ ਇਲਜ਼ਾਮ ਕਿੰਨੇ ਗੰਭੀਰ ਨੇ। ਉਹ ਜ਼ਮਾਨਤ ਤੇ ਆਈ ਹੋਈ ਆ ਬੀਬੀ, ਜ਼ਮਾਨਤ ਤੇ ਆ ਕੇ ਅਜਿਹੀਆਂ ਗੱਲਾਂ ਕਰਨੀਆਂ। ਪਹਿਲਾਂ ਉਹ ਸ਼ਹੀਦ ਸੀ ਜਿਹੜਾ ਮੁੰਬਈ ਵਾਲਾ ਕਰਕਰੇ ਸਾਹਿਬ, ਉਹਨੂੰ ਕਹਿੰਦੀ ਉਹ ਮੇਰੇ ਸ਼ਰਾਬ ਨਾਲ ਕਹਿੰਦੀ ਉਹ ਪੂਰਾ ਹੋਇਆ। ਸੋ ਇਹ ਵੀ ਮੁੱਦਾ ਵਹੀ ਨਹੀਂ ਹੈ।
ਵੀ ਅਸਲ ਮੁੱਦੇ ਤਾਂ ਸੀਗੇ ਕਿ ਲੋਕਾਂ ਦੀ ਗੱਲ ਕਰਦੇ ਵੀ ਅਸੀਂ ਕੀ ਕਰਾਂਗੇ, ਤੇ ਅਸੀਂ ਕੀ ਕਹਿ ਰਹੇ ਹਾਂ ਕਿ ਮਹਾਤਮਾ ਗਾਂਧੀ ਦਾ ਜਿਹਨੇ ਕਤਲ ਕੀਤਾ ਨਥੂਰਾਮ ਗੌਂਡਸੇ ਉਹ ਦੇਸ਼ ਭਗਤ ਹੈ। ਮੈਂ ਬੜਾ ਹੈਰਾਨ ਹਾਂ, ਸ਼ੁਕਰ ਹੈ ਕਿ ਬੀਬੀ ਪੰਜਾਬ 'ਚ ਨਹੀਂ ਆਈ, ਕਿਤੇ ਜਲਿਆਂਵਾਲੇ ਬਾਗ 'ਤੇ ਨਾ ਕੁਝ ਕਹਿ ਦਿੰਦੀ, ਭਗਤ ਸਿੰਘ ਬਾਰੇ ਨਾ ਕੁਝ ਕਹਿ ਦਿੰਦੀ ਜੀ। ਟੱਲਾ ਜੀ ਗੱਲ ਇਸ ਤਰ੍ਹਾਂ ਹੈ, ਪੰਜਾਬੀ ਦੀ ਕਹਾਵਤ ਹੈ, ਕਹਿੰਦਾ ਜੀ ਲੜਦੇ ਦਾ ਹੱਥ ਫੜ ਲਓਗੇ, ਬੋਲਦੇ ਦੀ ਜ਼ੁਬਾਨ ਨਹੀਂ ਫੜ ਸਕਦੇ। ਅਗਰ ਬੀਬੀ ਜੀ ਨੇ ਕੋਈ ਗੱਲ ਕੀਤੀ ਹੈ, ਸਾਥ ਵੀ ਪ੍ਰਗਿਆ ਜੀ ਦੀ ਤੁਸੀਂ ਗੱਲ ਕਰ ਰਹੇ ਹੋ, ਤੇ ਉਹਦੇ ਤੇ ਪਾਰਟੀ ਨੇ ਆਪਣਾ ਸਟੈਂਡ ਇਮੀਡੀਏਟਲੀ ਕਲੀਅਰ ਕਰਤਾ। ਸਟੈਂਡ ਤਾਂ ਸੈਮ ਪੈਟਰੋਦਾ ਦੇ ਕਾਂਗਰਸ ਨੇ ਵੀ ਸਪਸ਼ਟ ਕਰਤਾ ਸੀ ਨਾ, ਫਿਰ ਮੋਦੀ ਸਾਹਿਬ ਕਿਉਂ ਹਰ ਮੰਚ ਤੇ ਉਹੀ ਗੱਲ ਕਰ ਰਹੇ ਨੇ? ਮੁੱਦਾ ਵਿਹੀਨ ਰਾਜਨੀਤੀ ਹੈ। ਸੈਮ ਪਿਤਰੌਦਾ ਜੀ ਨੇ ਕਿਸੇ ਵੀ ਲੈਵਲ ਤੇ ਹਜੇ ਤੱਕ ਮਾਫੀ ਨਹੀਂ ਮੰਗੀ। ਨਹੀਂ ਮੰਗ ਲਈ, ਟੈਲੀਵਿਜ਼ਨ ਨੇ ਉਹ ਦਿਖਾਈ, ਕੋਈ ਮਾਫੀ ਨਹੀਂ ਮੰਗੀ ਜੀ। ਜੀ ਕਿਵੇਂ ਮੰਗਣ? ਮਾਫੀ ਜਿਵੇਂ ਇਹ ਦੱਸੋ ਕਿਵੇਂ ਮੰਗਣ? ਜਿਵੇਂ ਉਹਨਾਂ ਨੇ ਕਿਹਾ ਵੀ ਜੋ ਹੋ ਗਿਆ ਸੋ ਹੋ ਗਿਆ, ਉਹਨਾਂ ਨੇ ਹੁਣ ਮਾਫੀ ਦੇ ਉਹ ਮੰਗ ਲਈ। ਤੁਹਾਡੀ ਕੀ ਟਿੱਪਣੀ ਹੈ ਜੀ? ਪੰਜਾਬ 'ਚ ਵੀ ਗੱਲ ਕਰ ਲਈਏ, ਦੇਸ਼ 'ਚ ਵੀ ਗੱਲ ਕਰ ਲਈਏ, ਕਾਂਗਰਸ ਨੇ ਕੀ ਆਪਣੀ ਜ਼ਿੰਮੇਵਾਰੀ ਨਿਭਾਈ? ਤੁਸੀਂ ਵੀ ਮੁੱਦਾ ਵਿਹੀਨ ਰਾਜਨੀਤੀ ਦੇ ਬਹੁਤ ਇਲਜ਼ਾਮ ਲੱਗੇ, ਪੰਜਾਬ 'ਚ ਵੀ ਲੱਗੇ, ਕਹਿੰਦੇ ਕੈਪਟਨ ਅਮਰਿੰਦਰ ਨੇ ਵੀ ਬਰਗਾੜੀ ਤੇ ਜ਼ਿਆਦਾ ਜ਼ੋਰ ਦੇ ਰੱਖਿਆ ਸੀ। ਡਿਲੀਵਰ ਕੀ ਕੀਤਾ ਕੈਪਟਨ ਅਮਰਿੰਦਰ ਨੇ? ਕਿਸਾਨ ਕਰਜ਼ਿਆਂ ਤੇ ਜਾਂ ਘਰ ਘਰ ਨੌਕਰੀ ਤੇ ਉਹਦੇ ਤੋਂ ਪਾਸੇ ਰਹੇ। ਨਹੀਂ ਐਸੀ ਕੋਈ ਗੱਲ ਨਹੀਂ, ਮੁੱਦਾ ਵੀ ਨਹੀਂ ਕਿਹਾ ਜਾ ਸਕਦਾ। ਠੀਕ ਹੈ, ਬਰਗਾੜੀ ਵੀ ਇੱਕ ਮੇਨ ਇਸ਼ੂ ਆ, ਬੜੀ ਵੱਡੀ ਸਾਡੇ ਗੁਰੂ ਗ੍ਰੰਥ ਸਾਹਿਬ ਦੀ ਹੋਈ ਨਹੀਂ, ਆ। ਉਹ ਪਿਛਲੀਆਂ ਚੋਣਾਂ ਤੋਂ ਇਨਸਾਫ ਦਾ ਮਸਲਾ ਤਾਂ ਹੈ, ਲੇਕਿਨ ਹੁਣ ਕੈਪਟਨ ਅਮਰਿੰਦਰ ਸਿੰਘ ਉਸ ਦਿਨ ਬਰਗਾੜੀ ਰੈਲੀ ਕੀਤੀ, ਕਹਿੰਦੇ ਜੀ ਅਸੀਂ ਯਾਦਗਾਰ ਬਣਾਵਾਂਗੇ। ਜਿਹੜੇ ਸਿੰਘ ਉੱਥੇ ਸ਼ਹੀਦ ਹੋਏ ਆ, ਜ਼ਰੂਰ ਬਣਨੀ ਚਾਹੀਦੀ ਯਾਦਗਾਰ। ਪਰ ਅਸਲ ਮੰਗ ਕੀ ਆ? ਉਹ ਤਾਂ ਕਹਿੰਦੇ ਸਾਨੂੰ ਇਨਸਾਫ ਦਿਓ। ਤੁਸੀਂ 2014 ਚ 17 ਚ ਕਿਹਾ ਸੀ ਇਨਸਾਫ ਦੇਵਾਂਗੇ, 2.5 ਸਾਲ ਲੰਘ ਗਏ, ਹੁਣ ਤੱਕ ਇਨਸਾਫ ਮਿਲਿਆ ਨਹੀਂ, ਤੇ ਹੁਣ ਕੈਪਟਨ ਅਮਰਿੰਦਰ ਉੱਥੇ ਜਾ ਕੇ ਕਹਿੰਦੇ ਵੀ ਆਪਾਂ ਯਾਦਗਾਰ ਬਣਾਵਾਂਗੇ। ਪੁਰਾਣੀ ਗੱਲ ਨੂੰ ਲੁਕੋ ਦਿਓ, SIT ਸਾਰਾ ਕੁਝ ਵਿੱਚ ਹੀ ਰਹਿ ਗਿਆ, ਹੁਣ ਅਗਲੀ ਗੱਲ ਸ਼ੁਰੂ ਕਰਤੀ ਉਹਨਾਂ ਨੇ ਵੀ ਅਸੀਂ ਯਾਦਗਾਰ ਬਣਾਵਾਂਗੇ। ਇਹ ਮੁੱਦਾ ਵਿਹੀਨ ਰਾਜਨੀਤੀ ਹੋਈ ਹੈ। ਇਲੈਕਸ਼ਨ ਦੌਰਾਨ ਦੇ ਵਿੱਚ ਚੋਣ ਜਾਬਤੇ ਦੇ ਦੌਰਾਨ ਕੁਝ ਵੀ ਕਿਹਾ ਨਹੀਂ, ਕੀਤਾ ਨਹੀਂ, ਹੋ ਨਹੀਂ ਸਕਦਾ, ਕਿਉਂਕਿ ਜਿੱਥੇ ਉਹ ਵੀ ਸਮਝਦੇ ਮਹਿਸੂਸ ਕਰਦੇ ਨੇ ਵੀ ਜਦੋਂ ਸਿੱਖ ਕੌਮ ਆ, ਜਿਸ ਧੱਕਾ ਹੋਇਆ, ਇੱਕ ਕ੍ਰਾਈਮ ਹੋਇਆ, ਤੇ ਨੈਚੁਰਲੀ ਆ ਵੀ ਉਹਦਾ ਇਨਸਾਫ ਜਿਹੜਾ ਮਿਲਣਾ ਚਾਹੀਦਾ। ਇਸ ਕਰਕੇ ਲੋਕਾਂ ਦੀ ਇੱਕ ਡਿਮਾਂਡ ਸੀ, ਬੜੀ ਵੱਡੀ ਸੋਚ ਸੀ ਲੋਕਾਂ ਦੀ, ਵੀ ਵਾਕਈ ਉੱਥੇ ਵੀ ਜਾ ਕੇ ਕੁਝ ਨਾ ਕੋਈ ਬਰਗਾੜੀ ਖਾਣ ਤੇ ਬੋਲਿਆ ਜਾਵੇ, ਕਿਹਾ ਜਾਵੇ, ਸੁਣਿਆ ਜਾਵੇ। ਇਸ ਕਰਕੇ ਨਹੀਂ, ਯਾਦਗਾਰਾਂ ਦੀ ਗੱਲ ਪਹਿਲਾਂ ਜਿਹੜੇ ਤ੍ਰਿਪਤ ਬਾਜਵਾ ਜੀ ਆ ਉਹਨਾਂ ਨੇ ਵੀ ਕਹੀ ਸੀ, ਯਾਦਗਾਰ ਬਣਾ ਦੇਣੀ ਚਾਹੀਦੀ ਸੀ। ਹੁਣ ਦੂਸਰੀ ਗੱਲ ਇਹੀ ਜਿਹੜੀ ਮੁੱਦਾ ਇਹ ਕਹਿੰਦੇ ਤੁਸੀਂ ਮੁੱਦੇ ਦੀ ਗੱਲ ਹੈ, ਜਿਹੜੀ ਕਿਸਾਨੀ ਦੀ ਖਾਤਰ ਬੜੀ ਵੱਡੀ ਗੱਲ ਆ ਵੀ ਮਹਾਰਾਜਾ ਅਮਰਿੰਦਰ ਸਿੰਘ ਜੋ ਵਾਅਦੇ ਪਹਿਲੀ ਪਿਛਲੀ ਵਾਰ ਕੀਤੇ ਸੀਗੇ, ਉਹਦੀ ਸ਼ੁਰੂਆਤ ਕਰਨੀ, 2 ਲੱਖ ਰੁਪਏ ਕਰਜ਼ਾ ਮਾਫੀ ਦੇਣੀ ਕਿਸਾਨ ਦੀ ਖਾਤਰ, ਬੜੀ ਵੱਡੀ ਗੱਲ ਆ। ਇਹ ਇੱਕ ਸ਼ੁਰੂਆਤ ਕੀਤੀ ਆ, ਜਦਕਿ ਪਹਿਲੇ ਰਾਜਾਂ ਦੇ ਵਿੱਚ, ਅਕਾਲੀ ਰਾਜ ਦੇ ਵਿੱਚ ਵੀ ਜਿਹੜਾ ਕਿ ਕਿਸਾਨ ਰੀਤੂ ਕਿਹਾ ਗਿਆ ਪਹਿਲਾਂ ਤੋਂ ਸ਼ੁਰੂ ਤੋਂ ਹੀ, ਕਿਸਾਨਾਂ ਦਾ ਮਸੀਹਾ ਕਿਹਾ ਗਿਆ ਬਾਦਸ਼ਾਹ ਨੂੰ, ਲੇਕਿਨ ਉਹਨਾਂ ਨੇ 1 ਰੁਪਏ ਮਾਫੀ ਕੀਤਾ ਕਦੇ ਕਿਸਾਨ ਦਾ, ਸੁਣਵਾਈ ਨਹੀਂ ਕੀਤੀ। ਕਿਸਾਨ ਜਿਹੜਾ ਐਗਰੀਕਲਚਰ ਤੇ ਕੋਈ ਏਜੰਡਾ ਹੀ ਸਿਸਟਮ ਹੈ ਨਹੀਂ ਐਗਰੀਕਲਚਰ ਦਾ, ਜਿਹੜਾ ਕਿ ਪਹਿਲੀ ਵਾਰ ਹੋਇਆ, ਤੇ ਉਹ ਕੈਪਟਨ ਸਾਹਿਬ ਜਿਹੜੇ ਹੈਗੇ ਨੇ ਇਸ ਬਾਰੇ ਬੜੇ ਚਿੰਤਤ ਨੇ, ਤੇ ਬੇਰੁਜ਼ਗਾਰੀ ਦੇ ਚਿੰਤਤ ਨੇ, ਇਸ ਵਿਸ਼ੇ ਨਸ਼ਿਆਂ ਦੇ ਜਿਹੜਾ ਸੀਗਾ ਚਿੰਤਤ ਨੇ, ਕਾਫੀ ਹੱਦ ਤੱਕ ਠੱਲ ਵੀ ਪਾਈ ਆ। ਤੇ ਆਉਣ ਵਾਲੇ ਇਲੈਕਸ਼ਨ ਤੋਂ ਬਾਅਦ ਤੁਸੀਂ ਚੋਣ ਜਾਬਤੇ ਤੋਂ ਬਾਅਦ ਦੇਖੋ ਇਹ ਗੱਲ ਕਿੱਦਾਂ ਜਾਂਦੀ ਹੈ ਜੀ। ਕਾਫੀ ਹੱਦ ਤੱਕ ਜੀ ਹਾਂਜੀ, ਤੁਸੀਂ ਇਹ ਕਹਿ ਰਹੇ ਨੇ ਭਾਗਪੁਰ ਜੀ ਵੀ ਬਾਦਲ ਸਾਹਿਬ ਨੇ ਕੋਈ ਪਾਲਿਸੀ ਹੀ ਨਹੀਂ ਬਣਾਈ ਖੇਤੀ ਵਾਸਤੇ। ਇਹ ਸ਼ਾਇਦ ਪੰਜਾਬ ਤੋਂ ਜ਼ਿਆਦਾ ਬਾਹਰ ਰਹਿੰਦੇ ਹੋਣਗੇ, ਇਹਨਾਂ ਨੂੰ ਜਾਣਕਾਰੀ ਨਹੀਂ ਹੈ। ਮਿਲਕ ਪਲਾਂਟ ਦੇ ਚੇਅਰਮੈਨ ਮੈਂ ਤਦ ਹੀ ਕਹਿ ਰਿਹਾ ਜਿਹੜਾ ਦੁੱਧ ਨਾਲ ਜੁੜਿਆ ਹੋਇਆ, ਮੈਂ ਬਿਲਕੁਲ ਕਹਿ ਰਿਹਾ ਜੀ, ਬਿਲਕੁਲ ਕਹਿ ਰਿਹਾ ਕੋਆਪਰੇਟਿਵ ਸੁਸਾਇਟੀ ਦੇ ਚੇਅਰਮੈਨ ਨੇ ਮਿਲਕ ਫੈਡ ਦੇ, ਮੈਨੂੰ ਜਾਣਕਾਰੀ ਹੈ। ਬਾਦਲ ਸਾਹਿਬ ਦੀ ਆਪਾਂ ਖੇਤੀਬਾੜੀ ਵਾਲੀ ਨੀਤੀ ਦਾ ਆਪਣਾ ਤਜਰਬਾ ਰਿਹਾ, ਚਿੱਟੀ ਮੱਖੀ ਦਾ ਹਮਲਾ ਬਾਦਲ ਸਾਹਿਬ ਨੇ ਹੋਇਆ ਸੀ, ਲੇਕਿਨ ਉਹ ਨਿਪਟਾਰਾ ਨਹੀਂ ਹੋਇਆ। ਬਾਦਲ ਸਾਹਿਬ ਨੇ ਮਾਲੀਆ ਮਾਫ, ਪਾਣੀ ਦਾ ਸੈਸ ਮਾਫ, ਨਹਿਰੀ ਪਾਣੀਆਂ ਦਾ ਸੈਸ ਮਾਫ, ਨਹਿਰੀ ਪਾਣੀ ਹੈ ਹੀ ਨਹੀਂ, ਬਿਜਲੀ ਮਾਫ, ਬਿਜਲੀ ਹੈ ਹੀ ਨਹੀਂ, ਉਦੋਂ ਹੈ ਹੀ ਨਹੀਂ ਸੀ ਜਦੋਂ ਮਾਫ ਕਰ ਦਿੱਤਾ। ਸਰਪਲਸ ਸਟੇਟ ਅਕਾਲੀ ਦਲ ਨੇ ਬਣਾਈ ਹੈ। ਉਹਦੇ ਵਿੱਚ ਇੱਕ ਜ਼ਿਮੀਂਦਾਰ ਬਦਨਾਮ ਹੋ ਗਿਆ ਜੀ ਹਰ ਲੈਵਲ ਤੇ, ਵੀ ਜੱਟ ਨੂੰ ਬਿਜਲੀ ਵਾਪਸ ਦਿੱਤੀ ਗਈ ਆ। ਦੇਖੋ ਜੀ, ਜੇ ਇੱਕ ਅੱਧੀ ਵਾਰੀ ਬਿਜਲੀ ਵੱਧ ਜੇ ਉਹਦਾ ਮਤਲਬ ਇਹ ਨਹੀਂ ਕਿ ਅਸੀਂ ਹਮੇਸ਼ਾ ਲਈ ਸਰਪਲਸ ਸਟੇਟ ਆ। ਜੇ ਪੰਜਾਬ ਸਰਪਲਸ ਸਟੇਟ ਹੋਵੇ ਤੇ ਆ ਬੱਤੀਆਂ ਦੇ ਕੱਟ ਕਿਉਂ ਲੱਗਣ ਜੀ? ਬਾਹਰਲੇ ਸੂਬਿਆਂ ਤੋਂ ਹਜੇ ਵੀ ਅਸੀਂ ਬੱਤੀ ਮੰਗਾਈ ਜਾਂਦੇ ਆ। ਇਹ ਗੱਲਾਂ ਰਾਜਨੀਤਿਕ ਤੌਰ ਤੇ ਚੰਗੀਆਂ ਲੱਗਦੀਆਂ। ਸੁਖਵੀਰ ਦਾ ਇਹ ਵੀ ਕਹਿੰਦਾ ਸੀ ਵੀ ਅਸੀਂ 5 ਰੁਪਏ ਬਿਜਲੀ ਵੀ ਉਦਯੋਗਾਂ ਨੂੰ ਦੇਗੇ। ਤੁਸੀਂ ਦੱਸੋ ਕਿਹੜੇ ਉਦਯੋਗ ਨੂੰ 5 ਰੁਪਏ ਬਿਜਲੀ ਮਿਲਦੀ ਹੈ? ਇਹ ਗੱਲ ਕੈਪਟਨ ਸਾਹਿਬ ਨੇ ਕਹੀ ਸੀ ਜੀ, ਅਸੀਂ 5 ਰੁਪਏ ਉਦਯੋਗ ਨੂੰ ਬਿਜਲੀ ਦੇਵਾਂਗੇ। ਉਦਯੋਗਾਂ ਵਾਲੇ ਹਜੇ ਵੀ ਰੋਂਦੇ ਫਿਰਦੇ ਨੇ, ਸੁਖਬੀਰ ਬਾਦਲ ਨੇ ਹਜੇ ਵੀ ਧਰਨੇ ਲੱਗਦੇ ਨੇ ਉਹਨਾਂ ਦੇ। ਸੁਖਬੀਰ ਬਾਦਲ ਨੇ ਇੰਡਸਟਰੀ ਮੁਹਾਲੀ ਬੁਲਾਈ ਸੀ, ਉੱਥੇ ਐਲਾਨ ਕੀਤਾ ਸੀ 2017 ਦੀਆਂ ਚੋਣਾਂ ਤੋਂ ਪਹਿਲਾਂ ਦਾ ਐਲਾਨ ਹੈ ਸੁਖਬੀਰ ਬਾਦਲ। 2017 ਤੋਂ ਦੇ ਵਿੱਚ ਸਾਨੂੰ ਅਗਰ ਬਹੁਮਤ ਆ ਜਾਂਦਾ ਅਸੀਂ ਉਹ ਕਰਕੇ ਦਿਖਾ ਦਿੰਦੇ। ਕੈਪਟਨ ਸਾਹਿਬ ਤੋਂ ਨਹੀਂ ਹੋਇਆ ਬਹੁਮਤ ਆ ਕੇ ਤਾਂ ਸਾਰਾ ਕੁਝ ਸਾਰੇ ਸਾਲ ਤਾਂ ਬਹੁਮਤ ਹੀ ਰਹੇ ਹੋ। ਗੱਲ ਇਹ ਵੀ ਸੁਖਬੀਰ ਬਾਦਲ ਨੇ ਕੀਤਾ ਨਹੀਂ। ਸੁਖਬੀਰ ਬਾਦਲ ਨੂੰ ਮੌਕਾ ਨਹੀਂ ਮਿਲਿਆ। ਚਲੋ ਮੌਕਾ ਨਹੀਂ ਮਿਲਿਆ, 10 ਸਾਲ ਸੁਖਬੀਰ ਬਾਦਲ ਡਿਪਟੀ ਮੁੱਖ ਮੰਤਰੀ ਰਿਹਾ। ਦੱਸੋ ਕਿਹੋ ਜਿਹੀਆਂ ਗੱਲਾਂ ਕਰਦੇ ਹੋ? 17 ਦੀਆਂ ਚੋਣਾਂ ਦੀ ਮੈਂ ਗੱਲ ਕਰਦਾ ਜੀ, 17 ਦੀਆਂ ਚੋਣਾਂ ਤੱਕ ਉਹ ਪਹਿਲਾਂ 10 ਸਾਲ ਮੁੱਖ ਮੰਤਰੀ ਚੱਲਦਾ ਆਇਆ ਸੀ। ਦੱਸ ਰਿਹਾ ਜੀ, ਸੁਖਬੀਰ ਬਾਦਲ 10 ਸਾਲ ਜਦੋਂ ਉਹਨਾਂ ਨੇ ਵਾਅਦਾ ਕੀਤਾ ਹੈ ਉਦੋਂ ਚੁਣਾਵ ਸਿਰ ਤੇ ਸੀਗੇ। ਬਿਲਕੁਲ ਵਾਅਦੇ ਪੂਰੇ ਹੋਣੇ ਚਾਹੀਦੇ। ਕਸਨ ਸਿੰਘ ਜੀ, ਹੁਣ ਜੋ ਕੁਝ ਆਪਾਂ ਸੁਣ ਵੀ ਰਹੇ ਹਾਂ, ਪੋਲੀਟੀਕਲ ਲੀਡਰ ਮੰਚਾਂ ਤੋਂ ਵੀ ਇਹੀ ਬੋਲਦੇ ਰਹੇ। ਸੁਖਬੀਰ ਬਾਦਲ ਹੁਣ ਵੀ ਮੰਚਾਂ ਤੋਂ ਬੋਲਦਾ ਸੀ ਵੀ ਅਸੀਂ ਸਰਪਲਸ ਸਟੇਟ ਬਣਾਤਾ ਪੰਜਾਬ ਨੂੰ ਬਿਜਲੀ 'ਚ।
ਅਸੀਂ ਸੜਕਾਂ ਦੀ ਡਿਵੈਲਪਮੈਂਟ ਕਿੰਨੀ ਕਰਾਤੀ। ਮੇਰੇ ਇੱਕ ਦੋਸਤ ਨੇ ਮੈਨੂੰ ਕਹਾਵਤ ਦੱਸੀ, ਕਹਿੰਦਾ ਜਿਹੜਾ ਮੰਗਤਾ ਆਉਂਦਾ ਤੁਹਾਡੇ ਘਰ ਉਹ ਭੋਜਨ ਮੰਗਦਾ ਹੈ, ਜੇ ਤੁਸੀਂ ਉਹਨੂੰ ਖਾਲੀ ਨਵੇਂ ਭਾਂਡੇ ਵੀ ਦੇ ਦਿਓ ਉਹਨੂੰ ਕੀ ਮੁੱਲ ਹੈ। ਬਿਲਕੁਲ ਲੋਕ ਮੰਗਦੇ ਕੀ ਨੇ ਤੇ ਇਹ ਗਿਣਾਈ ਕੀ ਜਾ ਰਹੇ ਨੇ ਕਿ ਸੜਕਾਂ ਬਣ ਜਾਣਾ, ਬਿਜਲੀ ਸਰਪਲਸ ਹੋ ਜਾਣ ਨਾਲ ਲੋਕ ਇੰਨੀ ਸਭ ਤੋਂ ਮਹਿੰਗੀ ਬਿਜਲੀ ਪੰਜਾਬ 'ਚ, ਕੇਜਰੀਵਾਲ ਕਹਿੰਦਾ ਪੰਜਾਬ 'ਚ ਸਭ ਤੋਂ ਮਹਿੰਗੀ ਹੈ ਤੇ ਦਿੱਲੀ ਸਭ ਤੋਂ ਸਸਤੀ। ਬਿਜਲੀ ਪੰਜਾਬ 'ਚ ਜਿੰਨੀ ਮਹਿੰਗੀ ਹੈ ਕਿ ਲੋਕ ਬਿਜਲੀ ਸਰਪਲਸ ਚਾਹੁੰਦੇ ਨੇ ਜਾਂ ਬਿਜਲੀ ਸਸਤੀ ਚਾਹੁੰਦੇ ਨੇ, ਜਿਹੜਾ ਲੋਕਾਂ ਦਾ ਮੁੱਦਾ ਹੈ। ਦੇਖੋ ਜੀ, ਲੋਕਾਂ ਦਾ ਜਿਹੜਾ ਮੁੱਦਾ ਨਾ ਬਿਜਲੀ ਤੇ ਇਹਨਾਂ ਦੀ ਟੋਟਲੀ ਬੈਡ ਪਲੈਨਿੰਗ ਰਹੀ ਹੈ। ਪਹਿਲਾਂ ਬਹੁਤ ਸ਼ਾਰਟੇਜ ਸੀ, ਉਦੋਂ ਬਾਅਦ ਸਰਪਲਸ ਕਿਉਂ ਹੋਈ? ਸਰਪਲਸ ਹੋਈ 25,000 ਕਾਰਖਾਨੇ ਬੰਦ ਹੋ ਇਹਨਾਂ ਨੇ ਗਏ। ਪਾਕਿਸਤਾਨ ਨੂੰ ਵੀ ਵੇਚਣੀ ਸੀ, ਮੈਨੂੰ ਲੱਗਦਾ ਮਨਜ਼ੂਰੀ ਨਹੀਂ ਮਿਲੀ। ਉਹ ਤਾਂ ਵੈਸੇ ਹੀ ਵੇਚਤੀ ਹੋਣੀ ਉਹਨਾਂ ਨੇ ਹਵਾ ਮੋਦੀ 'ਚ। ਸਾਹਿਬ ਨੇ ਨਾ ਰੋਕਿਆ। ਹਾਂ, ਰੋਕ ਲਿਆ। ਉਹ ਕਹਿੰਦੇ ਮੋਦੀ ਸਾਹਿਬ ਇਹਨਾਂ ਨੂੰ ਕੰਮ ਨਹੀਂ ਕਰਨ ਦਿੰਦੇ ਸੀ। ਤੇ ਚਲੋ ਉਹ 25,000 ਕਾਰਖਾਨੇ ਬੰਦ ਹੋ ਗਏ, ਲੋਡ ਘਟ ਗਿਆ ਤੇ ਬਿਜਲੀ ਸਰਪਲਸ ਹੋ ਗਈ। ਹੁਣ ਉਹ ਸਰਪਲਸ ਦੀ ਜਿਹੜੀ ਬੈਡ ਪਲੈਨਿੰਗ ਹੈ ਉਹ ਇਸ ਤਰ੍ਹਾਂ ਹੋਈ ਵੀ ਅੱਜ ਇਹਨਾਂ ਦੇ 3 ਥਰਮਲ ਪਾਵਰ ਪਲਾਂਟਸ ਜਿਹੜੇ ਗਵਰਨਮੈਂਟ ਓਨ ਸੀ, ਇੱਕ ਤਾਂ ਬਿਲਕੁਲ ਬੰਦ ਪਿਆ, ਉਹਦਾ ਤਾਂ ਭੋਗ ਪੈ ਗਿਆ। ਬਠਿੰਡੇ ਵਾਲਾ, ਹਾਂ, ਬਠਿੰਡੇ ਵਾਲਾ। ਲਹਿਰਾ ਮੁਹੱਬਤ ਔਰ ਰੋਪੜ ਨਵੰਬਰ ਤੋਂ ਹਜੇ ਤੱਕ ਖੜੇ ਨੇ, 1 ਯੂਨਿਟ ਪ੍ਰੋਡਿਊਸ ਨਹੀਂ ਕਰ ਰਹੀ। ਬੇਲਾ ਕਰੋੜਾਂ ਰੁਪਏ ਦੀ ਸੈਲਰੀ ਲੋਕਾਂ ਨੂੰ ਦਿੱਤੀ ਜਾ ਰਹੀ ਹੈ। ਦੂਜੇ ਪਾਸੇ ਗੋਇੰਦਵਾਲ, ਤਲਵੰਡੀ ਸਾਬੋ ਤੇ ਰਾਜਪੁਰਾ ਪ੍ਰਾਈਵੇਟ ਥਰਮਲਾਂ ਤੋਂ ਬਿਜਲੀ ਹਜੇ ਵੀ 15-15 ਰੁਪਏ ਯੂਨਿਟ ਖਰੀਦੀ ਜਾ ਰਹੀ ਹੈ, ਕਿਉਂਕਿ ਉਹਨਾਂ ਦੇ ਐਗਰੀਮੈਂਟ ਇਸ ਤਰ੍ਹਾਂ ਬਣਾਏ ਨੇ ਮਿਨੀਮਮ ਗਾਰੰਟੀ ਦੇ। ਹੁਣ ਲੋਕ ਜਿਹੜੇ ਲੋਕ ਨੇ ਪੰਜਾਬ ਦੇ ਲੋਕ ਇਹ ਚੀਜ਼ਾਂ ਨੂੰ ਮਹਿਸੂਸ ਕਰਨਗੇ ਜਦੋਂ ਵੋਟਾਂ ਪਾਉਣੀਆਂ ਨੇ। ਮੈਂ ਬਾਰ-ਬਾਰ ਇਹ ਸਵਾਲ ਕਰਦਾ ਕਿ ਲੋਕ ਇਹ ਸੋਚਣਗੇ ਵੀ ਸਾਡਾ ਬਾਪ ਦਾਦਾ ਇਸ ਪਾਰਟੀ ਨੂੰ ਵੋਟ ਪਾਉਂਦਾ ਸੀ, ਸਾਡਾ ਇੱਕ ਤਾਇਆ ਸਾਡਾ ਕਹਿੰਦਾ ਇਸ ਪਾਰਟੀ ਨੂੰ ਵੋਟ ਪਾਉਣੀ ਹੈ। ਕੀ ਲੋਕ ਉਹੀ ਸੋਚ ਕੇ ਵੋਟ ਪਾਉਣਗੇ ਜਾਂ ਲੋਕ ਸੋਚ ਸਮਝ ਕੇ ਵੋਟ ਪਾਉਣਗੇ ਵੀ ਕਿਹਨੇ ਸਾਡੇ ਲਈ ਕੁਝ ਕੀਤਾ ਹੈ? ਇੱਕ ਗੱਲ ਇਹ ਬਾਰ-ਬਾਰ ਜਿਹੜੀ ਕਹਿੰਦੇ ਨੇ ਨਾ ਸੜਕਾਂ ਦੀ ਉਹ ਕਹਾਣੀ ਹੈ ਨਾ, ਜਿਸ ਤਰ੍ਹਾਂ ਤੁਹਾਨੂੰ ਕੋਈ ਰਿਸ਼ਤੇਦਾਰ ਤੁਹਾਡਾ ਕਾਰ ਦੇ ਜੇ, ਕਹੋ ਜੀ ਲੈ ਲਓ, ਰੱਖ ਲਓ ਕਾਰ, ਮੈਂ ਤੁਹਾਨੂੰ ਦੇਤੀ। ਉਦੋਂ ਬਾਅਦ ਤੁਹਾਨੂੰ ਪਤਾ ਲੱਗੇ ਵੀ ਅੱਛਾ ਇਹ ਤਾਂ ਕਿਸ਼ਤਾਂ ਤੇ ਹੈ, ਕਿਸ਼ਤਾਂ ਮੈਂ ਦੇਣੀ ਹੈ। ਉਦੋਂ ਬਾਅਦ ਪਤਾ ਲੱਗੇ ਕਾਰ ਵੀ ਮਹਿੰਗੀ ਦੇਤੀ, ਅੱਛਾ ਉਹ ਕਿਸ਼ਤਾਂ ਤੇ ਵਿੱਚੋਂ 5,000 ਕਮਿਸ਼ਨ ਵੀ ਲੈ ਗਿਆ। ਉਹੀ ਗੱਲ ਹੈ, ਜਿਹੜੀ ਨਾਰਮਲ ਤਾਰਮੈਕ ਰੋਡ ਬਣ ਸਕਦੀ ਸੀ 1/4 ਕਾਸਟ ਤੇ, ਇਹਨਾਂ ਨੇ ਸੀਮੈਂਟ ਦੀ ਬਣਾ ਕੇ 4 ਗੁਣਾ ਕਾਸਟ ਵਧਾਈ, ਜਗ੍ਹਾ ਟੋਲ ਲਾਈ, ਜਿਹਦੀਆਂ ਕਿਸ਼ਤਾਂ ਆਉਣ ਵਾਲੇ ਸਮੇਂ 'ਚ ਸਾਰੇ ਪੰਜਾਬੀ ਭਰਦੇ ਰਹਿਣਗੇ। ਟੋਲ ਭਰਦੇ ਹਾਂ ਜੀ, ਹਰ ਸੜਕ ਤੇ ਪੰਜਾਬ ਦੇ ਹਰ ਸੜਕ ਤੇ ਟੋਲ ਭਰ ਰਹੇ ਆ। ਫਿਰ ਸਰਕਾਰ ਮੈਂ ਭਾਗਪੁਰ ਜੀ, ਮੈਂ ਕੌਸ਼ਿਕ ਸਾਹਿਬ ਕੋਲ ਹੀ ਹੋਣਾ, ਲੋਕ ਜ਼ਮੀਨੀ ਮੁੱਦਿਆਂ ਨੂੰ ਸਮਝ ਕੇ ਵੋਟ ਪਾਉਣਗੇ ਜਾਂ ਹੁਣ ਵੀ ਲੋਕ ਪਿੱਛੇ ਲੱਗਣਗੇ ਵੀ ਆਹ ਲੀਡਰ ਜ਼ਿਆਦਾ ਵਧੀਆ ਹੈ, ਆਹ ਲੀਡਰ ਦੇ ਲਾਰੇ ਜ਼ਿਆਦਾ ਵਧੀਆ ਨੇ, ਆਹ ਲੀਡਰ ਪਿਛਲੀ ਵਾਰੀ ਨਹੀਂ ਜਿੱਤਿਆ ਐਤਕੀ ਜਿਤਾ ਦਈਏ, ਜਾਂ ਲੋਕ ਸਹੀ ਸ਼ਬਦਾਂ 'ਚ ਲੀਡਰ ਦੀ ਚੋਣ ਕਰਕੇ ਵੋਟ ਪਾਉਣਗੇ? ਪਾਰਟੀਬਾਜ਼ੀ ਤੋਂ ਉੱਪਰ ਉੱਠਣਗੇ ਪੰਜਾਬ ਦੇ ਲੋਕ ਜਾਂ ਨਹੀਂ ਉੱਠਣਗੇ? ਦੇਖੋ ਇਹ ਗੱਲ ਹੈ ਜੀ, ਜਿਹੜਾ ਵੋਟਰ ਆ ਬਹੁਤ ਸੂਝਵਾਨ ਹੋ ਚੁੱਕਾ ਹੈ, ਬਹੁਤ ਸੂਝਵਾਨ, ਜਿਵੇਂ ਪੋਲੀਟੀਸ਼ੀਅਨ ਸੂਝਵਾਨ ਹੋ ਚੁੱਕੇ ਨੇ ਜ਼ਿਆਦਾ, ਉਹਨਾਂ ਬੁੱਧੂ ਬਣਾਉਂਦੇ ਆ ਰਹੇ ਹੁਣ ਤੱਕ। ਲੇਕਿਨ ਅੱਜ ਦਾ ਜਿਹੜਾ ਮਾਹੌਲ ਆ, ਬੜੀ ਸੋਚ ਸਮਝ ਕੇ ਵੋਟ ਪਾਊਗਾ ਔਰ ਬੜੇ ਅੱਛੇ ਇਨਸਾਨ ਨੂੰ ਵੋਟ ਪਾਊਗਾ। ਪਹਿਲੀ ਗੱਲ ਤਾਂ ਲੋਕ ਚੱਕਰ 'ਚ ਪੈ ਚੁੱਕੇ ਨੇ ਵੀ ਅੱਜ ਦੀ ਡੇਟ ਦੇ ਵਿੱਚ ਪੋਜੀਸ਼ਨ ਇਹ ਬਣੀ ਹੋਈ ਸੀ ਵੀ ਨੋਟੇ ਵਾਲੇ ਪਾਸੇ ਲੋਕ ਜਾ ਰਹੇ ਨੇ ਜੀ, ਠੀਕ ਹੈ ਨਾ। ਬਟ ਫਿਰ ਵੀ ਅੱਜ ਲੋਕ ਬੜੇ ਸਿਆਣੇ ਜਿਹੜੇ ਸੂਝਵਾਨ ਨੇ, ਕਿਉਂਕਿ ਅੱਛੇ ਇਨਸਾਨ ਨੂੰ ਵੋਟ ਪਾਉਣਗੇ, ਉਹਨੂੰ ਅੱਗੇ ਲੈ ਕੇ ਆਉਣਾ ਚਾਹੁੰਦੇ ਨੇ। ਅੱਜ ਦੇ ਮਾਹੌਲ ਬਦਲਣਾ ਸ਼ੁਰੂ ਕਰਨਗੇ ਲੋਕ, ਇਹਨੂੰ 15-20 ਸਾਲ ਲੱਗਣਗੇ ਤਾਂ ਜਿਹੜੀ ਸਾਡੀ ਨਿਊ ਜਨਰੇਸ਼ਨ ਉੱਠ ਰਹੀ ਹੈ, ਬੱਚੇ ਉੱਠ ਰਹੇ ਨੇ ਨਵੀਂ ਪਨੀਰੀ, ਤਾਂ ਉਹਨਾਂ ਦਾ ਭਵਿੱਖ ਜਿਹੜਾ ਉਹ ਵਧੀਆ ਬਣ ਸਕੇ। ਤੁਸੀਂ ਜਿਹੜੇ ਹੁਣ ਸਾਡੀਆਂ ਪੋਲੀਟੀਕਲ ਪਾਰਟੀਆਂ ਨੇ, ਕੀ ਸਾਡੀਆਂ ਪੋਲੀਟੀਕਲ ਪਾਰਟੀਆਂ ਪੰਜਾਬ ਦੀ ਸਹੀ ਨੁਮਾਇੰਦਗੀ ਕਰ ਰਹੀਆਂ ਨੇ? ਪੋਲੀਟੀਕਲ ਪਾਰਟੀਆਂ ਨੂੰ ਵੋਟਾਂ ਮੰਗਣ ਦਾ ਹੱਕ ਹੈਗਾ ਪੰਜਾਬ 'ਚ? ਜੇ ਪਿਛੇ ਸਮੇਂ ਦੇ ਵਿੱਚ ਅੱਛੀ ਨੁਮਾਇੰਦਗੀ ਕੀਤੀ ਹੁੰਦੀ, ਵਧੀਆ ਨੁਮਾਇੰਦਗੀ ਕੀਤੀ ਹੁੰਦੀ, ਤਾਂ ਸਾਡੇ ਪੰਜਾਬ ਦੇ ਦਿਨ ਇੰਨੇ ਮਾੜੇ ਨਾ ਹੁੰਦੇ। ਅੱਜ ਸਾਨੂੰ ਹੋਰ ਤਾਂ ਅਸੀਂ ਸੋਚਣਾ ਕੀ ਆ, ਬੱਚਿਆਂ ਬਾਰੇ ਕੀ ਸੋਚਣਾ? ਅੱਜ ਤਾਂ ਨਸ਼ੇ ਭਾਰੀ ਨੇ, ਬੇਰੁਜ਼ਗਾਰੀ ਭਾਰੂ ਆ, ਸਾਰੇ ਬੱਚੇ ਜਿਹੜੇ ਹੈਗੇ ਨੇ ਜਿੰਨੇ ਪੜ੍ਹੇ ਲਿਖੇ ਕਰੀਮ ਆ ਫੌਰਨ ਜਾ ਰਹੀ ਆ। ਜਾ ਕੇ ਦੇਖੋ ਕੈਨੇਡਾ ਅਮਰੀਕਾ ਵਿੱਚ ਕੀ ਹੋ ਰਿਹਾ, ਧੱਕਾ ਪੈ ਰਿਹਾ, ਇਮੀਗ੍ਰੇਸ਼ਨ ਇੰਨੀ ਇਮੀਗ੍ਰੈਂਟ ਵੱਧ ਗਏ ਨੇ, ਕੁੜੀਆਂ ਮੁੰਡੇ ਉੱਥੇ ਬੁਰੀ ਹਾਲਤ ਆ, ਬਹੁਤ ਭੈੜੇ ਤੋਂ ਭੈੜਾ ਕੰਮ ਕਰਨ ਨੂੰ ਤਿਆਰ ਨੇ। ਉਹਦੇ ਮਾਂ ਪਿਓ ਉੱਥੋਂ ਕਹਿ ਰਹੇ ਨੇ ਉਹਦਾ ਕੋਈ ਚਾਹੇ ਹੈ ਕਿ ਨਹੀਂ ਹੈ, ਉਹਦਾ ਕਹਿੰਦਾ ਇੱਕ ਵਾਰੀ ਲੜਕੀ ਭੇਜੋ ਇੱਥੋਂ ਕਿੱਲਾ ਵੇਚ ਕੇ 2 ਕਿੱਲੇ ਜਿਸ ਤਰ੍ਹਾਂ ਵੇਚ ਕਰਕੇ, ਉੱਥੇ ਕਹਿ ਤੂੰ ਆਪਣੇ ਇੱਥੇ ਜੋ ਮਰਜ਼ੀ ਜਿਸ ਤਰ੍ਹਾਂ ਮਰਜ਼ੀ ਅੱਖਾਂ ਬੰਦ ਕਰ ਲਿਆ ਮਾਂ ਪਿਓ ਨੇ। ਇਹ ਹਾਲ ਸਾਡੇ ਪੰਜਾਬ ਦੀ ਆ। ਔਰ ਹਰ ਪਿੰਡ ਦੇ ਵਿੱਚ 20 ਤੋਂ 30 ਘਰ ਖਾਲੀ ਹੋ ਰਹੇ ਨੇ। ਕੀ ਮੋਦੀ ਸਾਹਿਬ ਨੂੰ, ਸੈਂਟਰ ਨੂੰ, ਸਰਕਾਰ ਨੂੰ ਇਹ ਪਤਾ ਨਹੀਂ ਕਿੰਨੇ ਪਾਸਪੋਰਟ ਨੋਵੇ ਵੜਦੇ ਨੇ? ਸੈਂਟਰ ਦੇ ਅੰਡਰ ਡਿਪਾਰਟਮੈਂਟ ਆ, ਕਿੰਨੇ ਐਵਰੀਡੇ ਵੀਜ਼ੇ ਇਸ਼ੂ ਹੋ ਰਹੇ ਨੇ, ਜਿੰਨੀਆਂ ਫਲੈਟਾਂ ਭਰ ਕੇ ਜਾ ਰਹੀਆਂ ਨੇ। ਕੱਲਾ ਮੋਦੀ ਜ਼ਿੰਮੇਦਾਰ ਹੈ ਇਹਦੇ ਲਈ? ਨਹੀਂ, ਮੋਦੀ ਜੀ ਬਾਰੇ 5 ਸਾਲ ਦੇ ਵਿੱਚ ਕੀਤਾ ਕੀ ਹੈ? ਮਨ ਕੀ ਬਾਤ ਤੋਂ ਬਿਨਾਂ ਮੋਦੀ ਨੇ ਕੀ ਸੁਣਾਇਆ ਤੁਹਾਨੂੰ? ਕਿਸੇ ਦੀ ਮਨ ਦੀ ਬਾਤ ਸੁਣੀ ਨਹੀਂ, ਆਪਦੀ ਮਨ ਦੀ ਬਾਤ ਥੋਪੀ ਆ ਨਾ। ਅੱਜ ਤੱਕ ਉਹਨੇ ਮੇਰਾ ਖਿਆਲ ਵੀ ਅੱਜ ਤੱਕ ਉਹਨੇ ਜਿਹੜੀ ਹੈਗੀ ਪ੍ਰੈਸ ਕਾਨਫਰੰਸ ਨਹੀਂ ਕੀਤੀ ਜੀ। ਚਲੋ ਅੱਜ ਆਖਰੀ ਦਿਨ ਕੀਤੀ ਸੀ ਪਰ ਜਵਾਬ ਨਹੀਂ ਦਿੱਤਾ। ਇਹ ਦੇਖੋ ਜੀ, ਅਮਿਤ ਸ਼ਾਹ ਦੇ ਨਾਲ ਦੇ ਤੁਹਾਡੀ ਨਜ਼ਰ ਦੇ ਵਿੱਚ ਪੰਜਾਬ 'ਚ ਅਕਾਲੀ ਭਾਜਪਾ ਵੀ ਹੈ, ਕਾਂਗਰਸ ਵੀ ਹੈ, ਅਕਾਲੀ ਦਲ ਵੀ ਹੈ, ਇਹ ਸਾਡੀਆਂ ਪੋਲੀਟੀਕਲ ਪਾਰਟੀਆਂ ਨੂੰ ਇਹ ਕਹਿ ਕੇ ਵੋਟ ਮੰਗਣ ਦਾ ਹੱਕ ਹੈ ਕਿ ਅਸੀਂ ਇੰਨੇ ਸਾਲਾਂ 'ਚ ਤੁਹਾਡਾ ਸਭ ਕੁਝ ਸਵਾਰਿਆ? ਦੇਖੋ ਜੀ, ਬਾਕੀ ਪਾਰਟੀਆਂ ਦੇ ਮੈਂ ਗਰੰਟੀ ਨਹੀਂ ਕਰਦਾ, ਲੇਕਿਨ ਬੀਜੇਪੀ ਨੂੰ ਪੂਰਾ ਹੱਕ ਹੈ
ਕਿਉਂਕਿ ਗਏ 5 ਸਾਲਾਂ ਦੇ ਵਿੱਚ 133 ਯੋਜਨਾਵਾਂ ਸਮਾਜ ਕਲਿਆਣ ਦੀਆਂ ਮੋਦੀ ਜੀ ਨੇ ਸ਼ੁਰੂ ਕੀਤੀਆਂ। ਯੋਜਨਾਵਾਂ ਤਾਂ 70 ਸਾਲਾਂ 5 ਤੋਂ ਲੱਖ ਚੱਲਦੀਆਂ ਰੁਪਏ ਤੱਕ ਦਾ ਤੁਸੀਂ ਇਲਾਜ ਹਰ ਪਰਿਵਾਰ ਨੂੰ ਮੁਹੱਈਆ ਕਰਾਤਾ। ਨਹੀਂ ਹਰ ਹੋਇਆ, ਹਰ ਗਰੀਬ ਪਰਿਵਾਰ ਨੂੰ ਪਰਿਵਾਰ ਨੂੰ ਨਹੀਂ। 1.5 ਕਰੋੜ ਤੋਂ ਉੱਪਰ ਮਕਾਨ ਬਣਾ ਕੇ ਚਾਬੀਆਂ ਸੌਂਪ ਦਿੱਤੀਆਂ। ਹਰ ਆਪਣੇ ਗਰੀਬ ਘਰਾਂ 'ਚ ਪਰਿਵਾਰ ਕੋਲ ਬੈਠੇ ਮਕਾਨ ਹੈ ਨਹੀਂ। ਕਿੰਨੇ ਮਕਾਨ ਬਣਾਤੇ? 1.5 ਕਰੋੜ 1.5 ਕਰੋੜ ਮਕਾਨ, 125 ਕਰੋੜ ਦੀ ਆਬਾਦੀ ਹੈ। 125 ਕਰੋੜ ਦੀ ਕੰਮ ਚੱਲ ਆਬਾਦੀ ਰਿਹਾ ਹੈ। ਹੈ। 1.5 ਕਰੋੜ ਦੀ ਵੀ ਗਾਰੰਟੀ ਨਹੀਂ 65 ਸਾਲ ਵਾਲਿਆਂ ਨੂੰ ਕੁਝ ਨਹੀਂ ਪੁੱਛ ਰਹੇ, 5 ਸਾਲ ਵਾਲਿਆਂ ਤੇ ਤੁਸੀਂ ਨਕੇਲ ਕੱਸੀ ਜਾਂਦੇ ਹੋ। ਪੰਜਾਬ ਅਸੀਂ ਆਪਣੇ ਕੰਮ ਗਣਾਉਂਦੇ ਆ, ਤੁਸੀਂ ਸਾਡੇ ਕੰਮ ਨਹੀਂ ਕਰਦੇ। ਪੰਜਾਬ ਦਾ ਨੌਜਵਾਨ ਬਾਹਰ ਕਿਉਂ ਨਾ ਜਾਵੇ? ਪੰਜਾਬ ਦਾ ਨੌਜਵਾਨ ਬਾਹਰ ਕਿਉਂ ਨਾ ਜਾਵੇ? ਪੰਜਾਬ ਸਰਕਾਰ ਉਹਨਾਂ ਨੂੰ ਨੌਕਰੀ ਦੇਵੇ। ਮੋਦੀ ਦਾ ਕੋਈ ਰੋਲ ਨਹੀਂ ਹੈ। ਮੋਦੀ ਜੀ ਨੇ ਆਪਣਾ ਮੁਦਰਾ ਯੋਜਨਾ ਦੇ ਵਿੱਚ ਕਿੰਨਾ ਕੁਝ ਕੀਤਾ ਹੈਗਾ। ਕੀ ਕਹਿੰਦੇ ਮੁਦਰਾ ਯੋਜਨਾ 'ਚ? ਉਹਨਾਂ ਨੂੰ ਲੋਨ ਦਿੱਤੇ, ਆਪਣਾ ਐਂਟਰਪ੍ਰੈਨਿਓਰ ਬਣੋ ਜੀ। ਨੌਕਰੀ ਕਰਨ ਵਾਲੇ ਨਾ ਬਣੋ, ਨੌਕਰੀ ਦੇਣ ਵਾਲੇ ਬਣੋ। ਮੋਦੀ ਜੀ ਇਸ ਵਾਸਤੇ ਕੰਮ ਕਰ ਰਹੇ ਜੋ ਨੇ। ਖੁੱਲ ਨਹੀਂ ਰਹੇ, ਐਂਟਰਪ੍ਰੈਨਿਓਰਸ਼ਿਪ ਕਿੱਥੋਂ ਆਣੀ ਹੈ ਜੀ? ਚਲੋ ਮੈਂ ਕ੍ਰਾਸ ਲੈ ਲਵਾਂ। ਤੁਸੀਂ ਦੇਖੋ, ਮੈਂ ਜਦੋਂ ਵੀ ਇਹ ਸਵਾਲ ਬੀਜੇਪੀ ਨੂੰ ਕੋਲੇ ਆਂਦਾ, ਬੀਜੇਪੀ ਵਾਲੇ ਕਹਿੰਦੇ ਮੁਦਰਾ ਲੋਨ, ਉਹ ਤਾਂ ਪਹਿਲਾਂ ਵੀ ਮਿਲਦੇ ਸੀ। ਪ੍ਰਧਾਨ ਮੰਤਰੀ ਰੋਜ਼ਗਾਰ ਯੋਜਨਾ 'ਚ, ਪ੍ਰਧਾਨ ਮੰਤਰੀ ਗ੍ਰਾਮ ਉਦਯੋਗ ਯੋਜਨਾ, ਬੜੀਆਂ ਯੋਜਨਾਵਾਂ ਨੇ। ਡਿਸਟ੍ਰਿਕਟ ਇੰਡਸਟਰੀ ਸੈਂਟਰ ਤੋਂ ਲੋਨ ਪਹਿਲਾਂ ਵੀ, ਜਦੋਂ ਮੈਂ ਪਾਸ ਹੋਇਆ 12ਵੀਂ ਉਦੋਂ ਵੀ ਲੋਨ ਮਿਲਦੇ 11ਵੀਂ, ਉਦੋਂ ਵੀ ਲੋਨ ਮਿਲਦੇ ਸੀ ਡਿਸਟ੍ਰਿਕਟ ਸੈਂਟਰ ਜੌਬ। ਇਹ ਤਾਂ ਮੋਦੀ ਨੇ ਕੋਈ ਨਵੀਂ ਕਾਢ ਨਹੀਂ ਕੱਢੀ, ਲੋਨ ਮਿਲਦੇ ਰਹੇ ਨੇ ਪਹਿਲਾਂ ਵੀ। ਹਾਂਜੀ, ਇਹ ਨਾ ਜੀ ਮਾਸਟਰ ਨੇ ਨਾਮ ਚੇਂਜ ਕਰਨ ਦੇ ਤੇ ਡਾਟਾ ਮੈਨੂਪੂਲੇਸ਼ਨ ਦੇ। ਜੀ। ਹੁਣ ਇਹਨਾਂ ਨੇ ਇੱਕ ਜਗ੍ਹਾ ਦੱਸਿਆ ਵੀ EMPLOYMENT ਵੱਧ ਗਈ ਜੀ। EPFO ਦੇ ਆંકੜੇ ਕਹਿੰਦੇ ਨੇ EMPLOYMENT ਵੱਧ ਗਈ। EPFO ਦੇ ਆંકੜੇ ਕਿੱਦਾਂ ਵੱਧਦੇ ਨੇ? ਅਨਆਰਗੇਨਾਈਜ਼ਡ ਸੈਕਟਰ ਵਧਿਆ ਜੀ। ਹਾਂ, ਉਹ EPFO ਤੋਂ ਹੀ ਦੱਸ ਰਹੇ ਜਿਹੜਾ ਅਥੈਂਟਿਕ ਹੈ ਵੀ ਇੰਨੇ ਵੱਧ ਗਏ ਜੀ। ਬਿਲਕੁਲ ਜੀ। EPFO 'ਚ 19 ਬੰਦਿਆਂ ਤੱਕ EPF ਨਹੀਂ ਲੱਗਦਾ, 20 ਤੇ ਲੱਗਦਾ ਜੀ। ਜਿਹਦੇ ਕੋਲੇ 19 ਨੇ ਉਹਨੂੰ EPF ਨਹੀਂ ਲੱਗਦਾ। ਉਹਦੇ ਕੋਲ ਇੱਕ ਵੀ ਵੱਧ ਗਿਆ, 19 ਤੋਂ ਤਾਂ ਲੱਗਣਾ। ਹਾਂ, ਤੇ ਲੱਗਣਾ, ਪਰ ਆંકੜਿਆਂ 'ਚ 20 ਦੀ EMPLOYMENT ਸ਼ੋ ਹੋ ਗਈ ਵੀ 20 ਦੀ ਮਿਲ ਗਈ। ਇਹ 20 ਕਿਉਂ ਕੀਤੇ ਬੰਦਿਆਂ ਨੇ? ਇਹਨਾਂ ਨੇ ਕਿਹਾ ਵੀ 2 ਸਾਲ ਜਿਹੜਾ ਉਹਦਾ 12% ਜਿਹੜਾ EPF ਦੇਣਾ ਹੈ ਉਹ ਸਰਕਾਰ ਦੇਊਗੀ। ਜਦੋਂ ਬੰਦੇ ਨੂੰ ਪਤਾ ਲੱਗਿਆ ਵੀ ਜਿਹੜਾ ਮੈਂ 13% ਇਹਦਾ EPF ਮੈਂ ਪੱਲਿਓਂ ਦੇਣਾ ਸੀ ਉਹ ਸਰਕਾਰ ਦੇ ਰਹੀ ਹੈ, ਉਹਨੇ ਜਿੱਤੇ 17 ਵੀ ਸੀ ਉਹਨੇ 20 ਕਰਕੇ ਵੀ ਮੈਂ ਇਹਨਾਂ ਦਾ ਸਾਰਿਆਂ ਦਾ EPF ਲੈ ਲਾਂ, ਐਡਵਾਂਟੇਜ ਲੈ ਲਾਂ, 10 ਬੰਦੇ ਘਰ ਦੇ ਵੀ ਪਾ ਦਾਂ। ਉਹਦੇ ਨਾਲ ਉਹਦੇ 16-17 ਤੋਂ ਪਹਿਲਾਂ 0 ਸੀ, ਉਹ ਇੱਕਦਮ ਉਹਦਾ ਫਿਗਰ 20 ਤੇ ਪਹੁੰਚ ਗਿਆ ਤੇ EPF ਦੇ ਆંકੜੇ ਵੱਧ ਗਏ। ਹੁਣ 2 ਸਾਲ ਬਾਅਦ ਜਦੋਂ ਉਹਨੂੰ ਪੱਲਿਓਂ ਦੇਣਾ ਪੈਣਾ ਉਹ ਘਟ ਜਾਣੇ ਆ। ਇਹ ਸਾਰੀ ਫਿਗਰ ਦੀ ਮੈਨੂਪੂਲੇਸ਼ਨ ਇਹਨਾਂ ਨੇ ਕੀਤੀ ਆ, ਹੋਰ ਗਰਾਊਂਡ ਤੇ ਕੋਈ ਫਰਕ ਨਹੀਂ ਪਿਆ। ਇੱਕ ਹੋਰ ਵੱਡੀ ਚੀਜ਼ ਹੈ ਜਿਹੜੀ ਇਹਨਾਂ ਦੀ ਬੀਜੇਪੀ ਵਾਲੇ ਬਹੁਤ ਕਹਿੰਦੇ ਅਸੀਂ J&K 'ਚ ਬੜਾ ਕੰਮ ਕੀਤਾ। 2016 'ਚ ਅਨੰਤਨਾਗ ਦੀ ਇਲੈਕਸ਼ਨ ਹੋਈ ਸੀ, ਹਜੇ ਤੱਕ ਬਾਈ ਇਲੈਕਸ਼ਨ ਨਹੀਂ ਕਰ ਪਾਏ। ਅਨੰਤਨਾਗ ਸੀਟ ਨੂੰ 3 ਫੇਸਾਂ 'ਚ ਹੋਇਆ ਤੇ ਉੱਥੇ 2.4% VOTING ਹੋਈ ਹੈ। ਯਾਨੀ ਉੱਥੇ ਟੈਰਰਿਜ਼ਮ ਦਾ ਹਊਆ ਇੰਨਾ ਹੈ ਵੀ ਅਸੀਂ ਲੋਕਾਂ ਨੂੰ ਘਰਾਂ 'ਚੋਂ ਕੱਢ ਕੇ ਵੋਟ ਪਾਉਣ ਨਹੀਂ ਲਿਆ ਸਕੇ। ਇਹ ਅਚੀਵਮੈਂਟ ਹੈ ਇਹਨਾਂ ਦੀ ਜੀ। ਸੋ ਹੁਣ ਵੇਖਾਂਗੇ, ਵੋਟਾਂ ਐਤਵਾਰ ਨੂੰ ਪੈਣੀਆਂ ਨੇ ਤੇ ਨਤੀਜਾ 23 ਮਈ ਨੂੰ ਆਉਣਾ ਹੈ। ਦਿਨ ਜ਼ਿਆਦਾ ਨਹੀਂ, ਪਰ ਅਸੀਂ ਜ਼ਰੂਰ ਕੱਲ ਵੀ ਖਾਸ ਐਪੀਸੋਡ ਮੁੱਦੇ ਦੀ ਗੱਲ ਦੇ ਵਿੱਚ ਮੁੱਦਾ ਆਧਾਰਿਤ ਗੱਲ ਜ਼ਰੂਰ ਕਰਾਂਗੇ, ਤਾਂ ਕਿ ਘੱਟੋ ਘੱਟ ਚੋਣ ਪੈਣ ਤੋਂ ਪਹਿਲਾਂ ਲੋਕਾਂ ਨੂੰ ਇਸ ਗੱਲ ਲਈ ਅਸੀਂ ਜ਼ਰੂਰ ਸੁਚੇਤ ਕਰ ਦਈਏ ਕਿ ਅਸੀਂ ਇੱਕ ਤਾਂ ਵੋਟ ਜ਼ਰੂਰ ਪਾ ਕੇ ਆਉਣੀ, ਅਸੀਂ ਸਾਰੇ ਵੋਟ ਪਾ ਕੇ ਆਈਏ, ਤਾਂ ਕਿ ਪੰਜਾਬ 'ਚ ਅਸੀਂ ਘੱਟੋ ਘੱਟ 90% 100% ਪੋਲਿੰਗ ਕਰਕੇ ਪੂਰੇ ਮੁਲਕ ਦੇ ਵਿੱਚ ਇੱਕ ਰਿਕਾਰਡ ਬਣਾਈਏ ਕਿ ਪੰਜਾਬੀ ਸਭ ਤੋਂ ਵੱਡੇ ਜਾਗਰੂਕ ਨੇ। ਅਸੀਂ ਵੋਟ ਦਾ ਹੱਕ ਸਭ ਤੋਂ ਜ਼ਿਆਦਾ ਵਰਤਦੇ ਹਾਂ ਤੇ ਵੋਟ ਬੜੀ ਸੋਚ ਸਮਝ ਕੇ ਸਾਰੇ ਪਾ ਲਓ। ਬਹੁਤ ਬਹੁਤ ਧੰਨਵਾਦ ਜੀ ਸਾਰਿਆਂ ਦਾ। ਧੰਨਵਾਦ ਜੀ।